आप लिहो तुम कथा सुधारी। सतनाम श्री वाहिगुरु साहिब जी। चौपई बहुर लिखावन लगे मुकंद, भरे प्रेम सो शब्द सो बृंद। जब है राग को भोग सो आवै, तब है भगत निज शब्द लिखावै। वाहिगुरु जी का खालसा वाहिगुरु जी की फतेह। सतगुरु गरीब नवाज अंतरजामी सच्चे पातशाह जी महाराज। आद निरंजन है गुरु नानक तार के मूर्त है जग आयो। लोक सुन्यो पर लोक सुन्यो विद लोक सुन्यो सब दर्शन पायो। संगत पारे उतारन को गुरु नानक साहिब पंथ चलायो। वाहिगुरु गुरु नानक साहिब धार के मूर्त है जग आयो। सतगुरु नानक देव जी महाराज धन गुरु गोबिंद सिंह गुरु ग्रंथ साहिब जी दी पावन पवित्र हजूरी विच सुभाएमान। गुरु खालसा साध संगत जी वड्डे भागां वाले हो। संध्या ਦੇ ਦੀਵਾਨਾਂ 'ਚ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਹੁਣ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸੱਚਖੰਡ ਤੋਂ 15 ਭਗਤ ਹਾਜ਼ਰ ਹੋਏ, ਜਿਨ੍ਹਾਂ ਨੇ ਆਪਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਵਾਈ ਹੈ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਮਹਾਂਪੁਰਸ਼ੋ ਹੁਣ ਆਪ ਨਵੀਨ ਬਾਣੀ ਉਚਾਰਨ ਕਰੋ। ਉਹ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਾਂਗੇ। ਸੋ ਉਹਨਾਂ ਮਹਾਂਪੁਰਸ਼ਾਂ ਨੇ ਜਿਹੜੀ ਬਾਣੀ ਹੁਣ ਉਚਾਰੀ ਹੈ ਉਹ ਗੁਰੂ ਸਾਹਿਬ ਲਿਖਵਾ ਰਹੇ ਨੇ। ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ, ਮੈਨੂੰ ਮਹਾਰਾਜ ਭਗਤਾਂ ਦੇ ਪ੍ਰਤੱਖ ਦਰਸ਼ਨ ਕਰਾਓ, ਤੇ ਸਤਿਗੁਰਾਂ ਨੇ ਪ੍ਰਤੱਖ ਦਰਸ਼ਨ ਕਰਾਏ। ਬੜੀ ਨਿਮਰਤਾ ਨਾਲ ਭਾਈ ਸਾਹਿਬ ਮਹਾਰਾਜ ਦਾ ਜਸ ਕਰਦੇ ਨੇ ਤੇ ਸਤਿਗੁਰੂ ਪ੍ਰਸੰਨ ਹੋ ਕੇ ਕਹਿੰਦੇ, ਭਾਈ ਸਾਹਿਬ ਕੁਛ ਮੰਗੋ। ਕਹਿੰਦੇ ਮਹਾਰਾਜ ਇਹੀ ਮੰਗ ਹੈ ਕਿ ਜਦੋਂ ਭਗਤ ਜਨ ਬਾਣੀ ਉਚਾਰਦੇ ਨੇ ਮੈਨੂੰ ਵੀ ਦਰਸ਼ਨ ਹੋਣ। ਤੁਹਾਨੂੰ ਤਾਂ ਦਰਸ਼ਨ ਹੁੰਦੇ ਨੇ, ਤੁਹਾਡੇ ਵਿੱਚੋਂ ਤਾਂ ਬਾਣੀ ਪ੍ਰਗਟ ਹੁੰਦੀ ਹੈ, ਪਰ ਮੈਨੂੰ ਸਿਰਫ ਆਵਾਜ਼ ਸੁਣਾਈ ਦਿੰਦੀ, ਦਰਸ਼ਨ ਵੀ ਹੋਣੇ ਚਾਹੀਦੇ। ਮਹਾਰਾਜ ਕਹਿੰਦੇ ਐਸਾ ਹੀ ਹੋਵੇਗਾ। ਸੋ ਇਹ 15 ਭਗਤ ਬਾਣੀ ਉਚਾਰ ਰਹੇ ਨੇ। ਸਤਿਗੁਰੂ ਅਰਜਨ ਦੇਵ ਜੀ ਦੇ ਕੋਲ ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਨੇ। ਜਦੋਂ ਕਿਸੇ ਰਾਗ ਦੀ ਸਮਾਪਤੀ ਹੁੰਦੀ ਹੈ ਉੱਥੇ ਭਗਤਾਂ ਦੀ ਬਾਣੀ ਲਿਖੀ ਜਾਂਦੀ ਹੈ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਦੀਦਾਰ ਕੀਤੇ ਉਹਨਾਂ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤੇ ਰਾਗਾਂ ਦੇ ਅਖੀਰ 'ਚ ਭਗਤਾਂ ਦੀ ਬਾਣੀ ਹੈ। ਸ੍ਰੀ ਰਾਗ ਦੇ ਅਖੀਰ ਵਿੱਚ ਭਗਤਾਂ ਦੀ ਬਾਣੀ ਹੈ, ਗੌੜੀ ਰਾਗ ਦੇ ਅਖੀਰ 'ਚ ਭਗਤਾਂ ਦੀ ਬਾਣੀ ਹੈ, ਆਸਾ ਰਾਗ ਦੇ ਅਖੀਰ ਵਿੱਚ ਭਗਤਾਂ ਦੀ ਬਾਣੀ ਹੈ, ਗੂਜਰੀ ਰਾਗ ਦੇ ਅਖੀਰ ਭਗਤਾਂ ਦੀ ਬਾਣੀ ਹੈ, ਫਿਰ ਸੋਰਠ ਰਾਗ, ਧਨਾਸਰੀ ਰਾਗ, ਜੈਤਸਰੀ ਰਾਗ, ਇਸੇ ਤਰ੍ਹਾਂ ਟੋਡੀ, ਤਿਲੰਗ, ਹੋਰ ਸੂਹੀ, ਬਿਲਾਵਲ, ਗੌਂਡ, ਰਾਮ ਕਲੀ, ਮਾਰੂ, ਮਾਲੀ ਗੌੜਾ ਅਤੇ ਸਾਧ ਸੰਗਤ ਜੀ ਭੈਰੋਂ ਰਾਗ, ਬਸੰਤ ਰਾਗ, ਮਲਾਰ, ਸਾਰੰਗ ਮਲਾਰ, ਇਹਨਾਂ ਸਾਰਿਆਂ ਰਾਗਾਂ ਵਿੱਚ ਭਗਤਾਂ ਦੀ ਬਾਣੀ ਆਉਂਦੀ। ਕਾਨੜੇ ਵਿੱਚ ਵੀ ਸ਼ਬਦ ਆਉਂਦਾ ਹੈ। ਇਸੇ ਤਰ੍ਹਾਂ ਫਿਰ ਸਾਧ ਸੰਗਤ ਜੀ ਭਗਤ ਕਬੀਰ ਜੀ ਦੇ ਸ਼ਲੋਕ, ਫਰੀਦ ਜੀ ਦੇ ਸ਼ਲੋਕ ਅਖੀਰ ਵਿੱਚ ਆਉਂਦੇ ਹਨ। ਇਹ ਭਗਤਾਂ ਦੀ ਬਾਣੀ ਹੈ। ਜਿਨ੍ਹਾਂ ਭਗਤਾਂ ਨੇ ਸੰਸਾਰ ਵਿੱਚ ਆ ਕੇ ਭਗਤੀ ਕੀਤੀ, ਪਰਮੇਸ਼ਰ ਨਾਲ ਇੱਕਮਿਕ ਹੋਏ, ਅਕਾਲ ਪੁਰਖ ਦਾ ਰੂਪ ਬਣ ਗਏ। ਜਦੋਂ ਅਕਾਲ ਪੁਰਖ ਦੇ ਸੱਚਖੰਡ ਮੰਡਲ 'ਚ ਗਏ ਤਾਂ ਉੱਥੋਂ ਫਿਰ ਦੁਬਾਰਾ ਸਿਰਫ ਆਤਮਿਕ ਤੌਰ 'ਤੇ, ਸਰੀਰਕ ਤੌਰ 'ਤੇ ਨਹੀਂ, ਆਤਮਿਕ ਤੌਰ 'ਤੇ ਆਏ ਨੇ। ਉਹਨਾਂ ਦੇ ਸੂਖਮ ਸਰੀਰਾਂ ਦੇ ਦਰਸ਼ਨ ਹੋਏ ਨੇ। ਸਥੂਲ ਸਰੀਰਾਂ ਵਰਗੇ ਹੀ ਸੂਖਮ ਸਰੂਪ ਹੁੰਦੇ ਨੇ, ਪਰ ਉਹ ਸਾਡੀ ਪਕੜ 'ਚ ਨਹੀਂ ਆਉਂਦੇ, ਸਾਨੂੰ ਉਹਨਾਂ ਦੇ ਦਰਸ਼ਨ ਨਹੀਂ ਹੁੰਦੇ। ਇਹ ਸੂਖਮ ਜਿਨ੍ਹਾਂ ਦੀ ਦ੍ਰਿਸ਼ਟੀ ਹੁੰਦੀ ਮਹਾਂਪੁਰਸ਼ਾਂ ਦੀ, ਆਤਮ ਮੰਡਲ 'ਚ ਵਿਚਰਨ ਵਾਲਿਆਂ ਦੀ, ਉਹਨਾਂ ਨੂੰ ਇਹ ਮਿਲਾਪ ਸੰਗਤ ਉਹਨਾਂ ਮਹਾਂਪੁਰਸ਼ਾਂ ਦੀ ਹੁੰਦੀ ਹੈ। ਭਾਈ ਵੀਰ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੀ
ਜਦੋਂ ਉਥਾਨਕਾਵਾਂ ਲਿਖੀਆਂ ਹਨ, ਟੀਕਾ ਟਿੱਪਣੀ ਕੀਤੀ ਹੈ, ਉਸ ਵੇਲੇ ਉਹਨਾਂ ਨੇ ਪਰਿਆਵਾਂ ਦੇ ਵਿੱਚ ਟਿੱਪਣੀ ਕੀਤੀ ਹੈ ਕਿ ਇਹ ਹੋ ਸਕਦਾ ਹੈ। ਗੁਰੂ ਸਾਹਿਬ ਸਭ ਕੁਝ ਕਰ ਸਕਦੇ ਹਨ, ਉਹਨਾਂ ਦੀ ਪਹੁੰਚ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਭਗਤ ਬਾਣੀ ਕਿਵੇਂ ਲਿਖੀ ਗਈ, ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਿਆ, ਉਹ ਕਥਾ ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀ ਰਾਜ ਲਿਖ ਰਹੇ ਨੇ। ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁਰ ਲਿਖਾਵਨ ਲਗੇ ਮੁਕੰਦ। ਮੁਕਤੀ ਦਾਤੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਫਿਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅੱਗੇ ਲਿਖਵਾਉਣ ਲੱਗੇ ਹਨ। ਭਰੇ ਪ੍ਰੇਮ ਸੋ ਸ਼ਬਦ ਸੋ ਬ੍ਰਿੰਦ। ਬੜੇ ਪਿਆਰ ਭਿੱਜੇ ਸ਼ਬਦ ਭਗਤਾਂ ਦੀ ਬਾਣੀ ਦੇ ਲਿਖੇ ਜਾ ਰਹੇ ਨੇ। ਜਬ ਹੈ ਰਾਗ ਕੋ ਭੋਗ ਸੋ ਆਵੈ। ਜਦੋਂ ਕਿਸੇ ਰਾਗ ਦਾ ਭੋਗ ਪੈਣ ਲੱਗਦਾ ਹੈ, ਰਾਗ ਦੀ ਸਮਾਪਤੀ ਹੋਣ ਲੱਗਦੀ ਹੈ, ਤਬ ਹੈ ਭਗਤ ਨਿਜ ਸ਼ਬਦ ਲਿਖਾਵੈ। ਤਾਂ ਭਗਤ ਜਨ ਆਪਣੇ ਸ਼ਬਦ ਲਿਖਾਉਂਦੇ ਹਨ। ਸ੍ਰੀ ਰਾਗ ਦੇ ਅਖੀਰ ਵਿੱਚ ਸ੍ਰੀ ਰਾਗ ਦੀ ਵਾਰ 91 ਅੰਗ ਤੇ ਸੰਪੂਰਨ ਹੁੰਦੀ ਹੈ। ਉੱਥੋਂ ਹੀ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ। ਪਹਿਲਾ ਸ਼ਬਦ ਭਗਤ ਕਬੀਰ ਜੀ ਮਹਾਰਾਜ ਦਾ ਆਉਂਦਾ ਹੈ, ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਇੱਥੋਂ ਭਗਤਾਂ ਦੀ ਬਾਣੀ ਸ਼ੁਰੂ ਹੋਈ ਹੈ। ਗੁਰੂ ਅਰਜਨ ਦੇਵ ਜੀ ਲਿਖਵਾ ਰਹੇ ਨੇ, ਦਾਸ ਸਿੱਖ ਕੋ ਪਰ ਨਾ ਜਾਏ। ਉਸ ਜਗ੍ਹਾ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਿਖੇ ਜਾਂਦੇ ਨੇ, ਕੋਈ ਸਿੱਖ ਜਾਂ ਕੋਈ ਸੇਵਾਦਾਰ ਗੁਰੂ ਘਰ ਦਾ ਟਹਿਲੂਆ ਨਹੀਂ ਜਾ ਸਕਦਾ। ਪੂਰਨ ਪਾਬੰਦੀ ਹੈ ਆਉਣ ਜਾਣ ਤੇ। ਬਈ ਉਸ ਤੰਬੂ 'ਚ ਨਹੀਂ ਆਉਣਾ, ਕਿਸੇ ਨੇ ਨੇੜੇ ਵੀ ਨਹੀਂ ਆਉਣਾ। ਮਹਾਰਾਜ ਦਾ ਹੁਕਮ ਮੰਨ ਕੇ ਸੰਗਤਾਂ ਦੂਰ ਹੀ ਰਹਿੰਦੀਆਂ ਨੇ। ਹਾਂਜੀ, ਗੁਰ ਗੁਰ ਦਾਸ ਭਗਤ ਸਮੁਦਾਏ। ਉਸ ਤੰਬੂ 'ਚ ਜਾਂ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਹੁੰਦੇ ਹਨ, ਜਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਬਾਣੀ ਦੇ ਲਿਖਾਰੀ, ਜਾਂ ਫਿਰ ਉਹ ਭਗਤ ਆਉਂਦੇ ਨੇ ਜਿਹੜੇ ਸੱਚਖੰਡ ਤੋਂ ਬਾਣੀ ਲਿਖਾਣ। ਉਹ ਬਾਕੀ ਉਸ ਤੰਬੂ 'ਚ ਕੋਈ ਹੋਰ ਨਹੀਂ ਹੁੰਦਾ। ਹਾਂਜੀ, ਜਿਸ ਭਵ ਜਲ ਮਹਿ ਜੀਵ ਦੁਹੇਲੇ। ਜਿਸ ਸੰਸਾਰ ਸਾਗਰ ਦੇ ਵਿੱਚ ਜੀਵ ਦੁਖੀ ਹੋ ਰਹੇ ਨੇ, ਦੁਹੇਲੇ ਹੋ ਰਹੇ ਨੇ, ਕਰਹਿ ਤਿਨਹੁ ਹਿਤ ਤਰਨ ਸੁਹੇਲੇ। ਉਹ ਸੰਸਾਰ ਸਾਗਰ ਤੋਂ ਗੁਰੂ ਜੀ ਉਹਨਾਂ ਨੂੰ ਪਾਰ ਲੰਘਾਉਣ ਲਈ ਜਹਾਜ਼ ਬਣਾ ਰਹੇ ਨੇ, ਗੁਰੂ ਗ੍ਰੰਥ ਸਾਹਿਬ ਰੂਪੀ, ਜਿਹਦੇ ਆਸਰੇ ਤੇ ਪਾਪੀ ਬੰਦੇ ਇਹ ਸੰਸਾਰ ਸਾਗਰ ਤੋਂ ਪਾਰ ਲੰਘ ਜਾਣਗੇ। ਸ੍ਰੀ ਮੁਖ ਤੇ ਜਮ ਉਚਰ ਸੁਨਾਵਹਿ। ਜਿਵੇਂ ਮਹਾਰਾਜ ਆਪਣੇ ਸੁੰਦਰ ਸੁਭਾਏਮਾਨ ਮੁਖ ਤੋਂ ਬਾਣੀ ਉਚਾਰਦੇ ਨੇ। ਭਾਈ ਲਿਖਤ ਬਾਇਓ ਸਮਝਾਵਹਿ। ਭਾਈ ਗੁਰਦਾਸ ਜੀ ਦੀ ਕਲਮ ਹਵਾ ਦੀ ਤਰ੍ਹਾਂ ਚੱਲਦੀ ਹੈ। ਬੜੀ ਤੇਜ਼ ਕਲਮ ਨਾਲ ਭਾਈ ਸਾਹਿਬ ਨਾਲ ਦੀ ਨਾਲ ਲਿਖੀ ਜਾਂਦੇ। ਸਾਧ ਸੰਗਤ ਜੀ, ਕੋਈ ਨਾਲ ਦੀ ਨਾਲ ਬੋਲੇ ਤੇ ਨਾਲ ਦੀ ਨਾਲ ਲਿਖਿਆ ਨਹੀਂ ਜਾਂਦਾ। ਬੜੀ ਔਖੀ ਰਫਤਾਰ ਨਾਲ ਲਿਖਣਾ। ਭਾਈ ਸਾਹਿਬ ਦੀ ਕਲਮ ਹਵਾ ਤਰ੍ਹਾਂ ਚੱਲਦੀ ਸੀ। ਭਾਈ ਗੁਰਦਾਸ ਜੀ ਨਾਲ ਦੀ ਨਾਲ ਭਾਈ ਸਾਹਿਬ ਲਿਖੀ ਜਾਂਦੇ ਗੁਰਬਾਣੀ। ਅਜੇ ਵੀ ਉਹ ਬਾਣੀ ਦੀ ਭਾਈ ਸਾਹਿਬ ਦੀ ਲਿਖਤ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਦੇ ਲਾਗੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਾਬਾ ਧੀਰਮਲ ਜੀ ਦੇ ਘਰ ਹੈ। ਉੱਥੇ ਤੁਸੀਂ ਜਾ ਕੇ ਵਿਸਾਖੀ ਵਾਲੇ ਦਿਨ ਦਰਸ਼ਨ ਵੀ ਕਰ ਸਕਦੇ ਹੋ। ਪਟਿਆਲਾ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਹੁਤ ਸਾਲ ਪਹਿਲਾਂ, ਅੱਜ ਤੋਂ ਮੇਰਾ ਖਿਆਲ 30-40 ਸਾਲ ਪਹਿਲਾਂ, ਉਸ ਬੀੜ ਦੀ ਇੱਕ ਰਿਪੋਰਟ ਛਪਵਾਈ ਸੀ। ਡਾਕਟਰ ਭਾਈ ਜੋਧ ਸਿੰਘ ਜੀ ਨੇ ਲਿਖੀ ਸੀ। ਉਹ ਬੀੜ ਦੀ ਰਿਪੋਰਟ ਤੋਂ ਵੀ ਤੁਹਾਨੂੰ ਦਰਸ਼ਨ ਹੋ ਸਕਦੇ ਆ ਅੰਗਾਂ ਦੇ ਲਿਖਤ ਦੇ। ਬੜੀ ਸੋਹਣੀ ਲਿਖਤ ਹੈ। ਭਾਈ ਗੁਰਦਾਸ ਜੀ ਦੇ ਹੱਥ ਦਾ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਹੈ। ਇਹ ਸਰੂਪ ਰਾਮਸਰ ਵਿਖੇ ਲਿਖਿਆ ਗਿਆ, ਅੰਮ੍ਰਿਤਸਰ। ਭਾਈ ਗੁਰਦਾਸ ਜੀ ਲਿਖ ਰਹੇ ਨੇ। ਗੁਰੂ ਜੀ ਬਾਣੀ ਉਚਾਰਦੇ ਨੇ, ਭਗਤ ਬਾਣੀ ਉਚਾਰਦੇ ਨੇ, ਤੇ ਭਾਈ ਗੁਰਦਾਸ ਦੀ ਕਲਮ ਨਾਲ ਦੀ ਨਾਲ ਲਿਖੀ ਜਾਂਦੀ ਹੈ। ਹਾਂਜੀ,
ਤੂਰਨ ਲਿਖ ਹੈ ਅਟਕ ਨਹਿ ਪਰੈ। ਭਾਈ ਸਾਹਿਬ ਬੜੀ ਤੇਜ਼ੀ ਨਾਲ ਲਿਖਦੇ ਨੇ, ਅਟਕਦੇ ਨਹੀਂ, ਔਰ ਕੋਈ ਅੱਖਰ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਵੀ ਨਹੀਂ ਛੱਡਦੇ, ਕੋਈ ਗਲਤੀ ਨਹੀਂ ਕਰਦੇ। ਬੜੀ ਸ਼ੁੱਧ ਸਾਫ਼ ਲਿਖਾਈ ਭਾਈ ਗੁਰਦਾਸ ਜੀ ਕਰਦੇ। ਕਿਉਂ? ਸਾਧ ਸੰਗਤ ਜੀ, ਵੈਸੇ ਤਾਂ ਐਪਲੀਕੇਸ਼ਨ ਵੀ ਲਿਖਣੀ ਹੋਵੇ ਨਾ ਕੋਈ ਛੋਟੀ ਜੀ, ਅਸੀਂ 10 ਗਲਤੀਆਂ ਕਰਦੇ, ਫੇਰ ਵੀ ਠੀਕ ਲਿਖੀ ਜਾਵੇ, ਗਰੰਟੀ ਕੋਈ ਨਹੀਂ। ਤੇ ਧੰਨ ਹਨ ਉਹ ਮਹਾਂਪੁਰਸ਼ ਜਿਨ੍ਹਾਂ ਨੇ ਐਡੇ ਐਡੇ ਗ੍ਰੰਥ ਲਿਖ ਦਿੱਤੇ ਔਰ ਫਿਰ ਕੋਈ ਗਲਤੀ ਨਹੀਂ ਰਹਿਣ ਦਿੱਤੀ। ਭਾਈ ਗੁਰਦਾਸ ਜੀ ਦੀ ਕਲਮ ਬੜੀ ਤੇਜ਼ ਚੱਲਦੀ ਹੈ, ਸਾਫ਼ ਲਿਖਦੀ ਹੈ। ਹਾਂਜੀ, ਥੋੜੇ ਕਾਲ ਕਾਜ ਬਹੁ ਕਰੈ। ਭਾਈ ਸਾਹਿਬ ਦੀ ਕਲਮ ਹਵਾ ਦੀ ਤਰ੍ਹਾਂ ਚੱਲਦੀ ਹੈ, ਪਾਣੀ ਦੀ ਤਰ੍ਹਾਂ ਚੱਲਦੀ ਹੈ। ਥੋੜੇ ਕਮ ਸਮੇਂ 'ਚ ਭਾਈ ਸਾਹਿਬ ਕਿੰਨੇ ਹੀ ਅੰਗ ਲਿਖ ਦਿੰਦੇ ਹਨ। 10-10, 12-12 ਅੰਗ ਗੁਰੂ ਗ੍ਰੰਥ ਸਾਹਿਬ ਦੇ ਲਿਖ ਦੇਣੇ। ਸਾਧ ਸੰਗਤ ਜੀ, ਇਹੋ ਜਿਹੇ ਲਿਖਾਰੀ ਹੋਏ ਨੇ। 9 ਮਹੀਨਿਆਂ ਵਿੱਚ ਭੋਗ ਪਾ ਦੇਣਾ, 11 ਮਹੀਨਿਆਂ 'ਚ ਭੋਗ ਪਾ ਦੇਣਾ ਗੁਰੂ ਗ੍ਰੰਥ ਸਾਹਿਬ। ਸਾਡੇ ਕੋਲੋਂ ਪਾਠ ਨਹੀਂ ਹੁੰਦਾ 11 ਮਹੀਨੇ, ਸਾਡੇ ਕੋਲੋਂ 11 ਮਹੀਨੇ 'ਚ ਪਾਠ ਨਹੀਂ ਹੁੰਦਾ। ਉਹ ਲਿਖ ਦਿੰਦੇ ਸੀ ਸਾਰਾ। ਭਾਈ ਗੁਰਦਾਸ ਜੀ ਲਿਖੀ ਜਾਂਦੇ ਬੜੀ ਤੇਜ਼ੀ ਨਾਲ। ਹਾਂਜੀ, ਆਸ਼ਾ ਸ਼ਬਦਨ ਕੋ ਜਬ ਜਨ ਹੈ। ਜੋ ਭਾਈ ਸਾਹਿਬ ਲਿਖਦੇ ਸੀ ਪਹਿਲਾਂ ਉਹਦਾ ਅਰਥ ਵੀ ਸਮਝ ਲੈਂਦੇ, ਆਸ਼ਾ ਵੀ ਸਮਝ ਲੈਂਦੇ ਸੀ। ਐਵੇਂ ਨਹੀਂ ਲਿਖੀ ਜਾਂਦੇ ਵੀ ਸੁਣ ਕੇ ਲਿਖੀ ਜਾਓ ਫਟਾਫਟ। ਜੋ ਲਿਖਦੇ ਸੀ ਉਹਨਾਂ ਨੂੰ ਸਮਝ ਵੀ ਆਉਂਦੀ ਸੀ ਵੀ ਮਹਾਰਾਜ ਦੀ ਬਾਣੀ ਕੀ ਕਹਿ ਰਹੀ ਹੈ। ਹਾਂਜੀ, ਨਾਹੇ ਤਾਗੁਰ ਕੋ ਬੂਝਨ ਠਨ ਹੈ। ਜਿੱਥੇ ਕੋਈ ਗੱਲ ਸਮਝ ਨਹੀਂ ਆਉਂਦੀ ਸੀ, ਭਾਈ ਸਾਹਿਬ ਗੁਰੂ ਸਾਹਿਬ ਨੂੰ ਪੁੱਛ ਲੈਂਦੇ ਸੀ, ਮਹਾਰਾਜ ਜੀ ਇਹ ਕਿਰਪਾ ਕਰਕੇ ਦੱਸੋ ਇਹ ਬਚਨ ਕਿਵੇਂ ਹੈ, ਇਹ ਬਾਣੀ ਦਾ ਅਰਥ ਕੀ ਹੈ, ਇਹਦਾ ਵਿਚਾਰ ਕੀ ਹੈ, ਇਹ ਕਿੱਦਾਂ ਲਿਖਣੀ ਹੈ। ਕੋਈ ਗੱਲ ਪੁੱਛਣੀ ਹੁੰਦੀ ਸੀ ਤੇ ਭਾਈ ਸਾਹਿਬ ਆਪਣੇ ਸਤਿਗੁਰਾਂ ਨੂੰ ਪੁੱਛਦੇ ਸੀ। ਐਸਾ ਸ਼ਾਸਤਰਾਂ ਵਿੱਚ ਲਿਖਿਆ ਹੈ, ਪੁੱਛੇ ਗੁਰ ਤੇ ਸੁਭ ਸਿੱਖ ਤਦਪ, ਗਿਆਨਵੰਤ ਹੋਵੇ ਨਿਜ ਜਦਪ, ਗੁਰ ਨਿਸ਼ਚੈ ਜੁਤ ਬਚਨ ਧਰੇ, ਜਬ ਦੇ ਸਿੱਖ ਕੋ ਪਰਮ ਸ਼ਾਂਤ ਤਪ। ਵੀ ਭਾਵੇਂ ਆਪ ਸਿਆਣਾ ਵੀ ਹੋਵੇ ਤਾਂ ਵੀ ਗੁਰੂ ਨੂੰ ਪੁੱਛ ਲਵੇ। ਬੇਸ਼ੱਕ ਸਿਆਣਾ ਹੈ ਆਪ, ਜੇ ਸਿਆਣਾ ਵੀ ਹੈ ਤਾਂ ਵੀ ਗੁਰੂ ਨੂੰ ਪੁੱਛ ਕੇ ਲਿਖੇਗਾ, ਉਦੋਂ ਸ਼ਾਂਤੀ ਮਿਲੇਗੀ। ਭਾਈ ਗੁਰਦਾਸ ਜੀ ਬਹੁਤ ਸਿਆਣੇ, ਪਰ ਫਿਰ ਵੀ ਮਹਾਰਾਜ ਨੂੰ ਪੁੱਛਦੇ। ਜਦੋਂ ਮਹਾਰਾਜ ਦੱਸਦੇ ਉਸੇ ਤਰ੍ਹਾਂ ਲਿਖਦੇ ਹਨ। ਹਾਂਜੀ, ਤਬਹਿ ਲਿਖਿਆ ਤਤਕਾਲ ਲਿਖਾਰੀ। ਭਾਈ ਗੁਰਦਾਸ ਜੀ ਬੜੇ ਮਹਾਨ ਲਿਖਾਰੀ ਨੇ। ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਬੜੀ ਸੁੰਦਰ ਲਿਖਤ ਹੈ ਉਹਨਾਂ ਦੀ, ਸਾਫ਼ ਸੁਥਰੀ ਤੇ ਫਟਾਫਟ ਲਿਖੀ ਜਾਂਦੇ ਬੜੀ ਤੇਜ਼ੀ ਦੇ ਨਾਲ। ਸ੍ਰੀ ਮੁਖ ਤੇ ਸ਼ੁਭ ਜਥਾ ਉਚਾਰੀ। ਜਿਸ ਤਰ੍ਹਾਂ ਮਹਾਰਾਜ ਸਤਿਗੁਰੂ ਪੰਚਮ ਪਾਤਸ਼ਾਹ ਜੀ ਆਪਣੇ ਸੁਭਾਏਮਾਨ ਸੁੰਦਰ ਮੁਖ ਤੋਂ ਬਾਣੀ ਉਚਾਰਦੇ ਨੇ, ਭਾਈ ਸਾਹਿਬ ਜੀ ਨਾਲ ਨਾਲ ਉਸੇ ਤਰ੍ਹਾਂ ਹੀ ਲਿਖਦੇ ਨੇ। ਇੱਕ ਦਿਨ ਭਾਨ ਆਏ ਮਧਿਆਨਾ। ਇੱਕ ਦਿਨ ਦਾ ਬਚਨ ਹੈ, ਦੁਪਹਿਰ ਦਾ ਟਾਈਮ ਸੀ, ਸੂਰਜ ਦੁਪਹਿਰ ਦਾ ਬੜਾ ਤੇਜ਼ ਚੜ੍ਹਿਆ ਹੈ। ਸ੍ਰੀ ਗੁਰ ਗਏ ਸੁਧਾਸਰ ਥਾਨਾ। ਮਹਾਰਾਜ ਦੁਪਹਿਰ ਤੱਕ ਸਾਰੀ ਬਾਣੀ ਲਿਖਾ ਕੇ 12-1 ਵਜੇ ਰੋਜ਼ ਹਰਿਮੰਦਰ ਸਾਹਿਬ ਚਲੇ ਜਾਂਦੇ ਸਨ। 12-1 ਵਜੇ ਤੱਕ ਤਾਂ ਬਾਣੀ ਲਿਖੀ ਜਾਂਦੀ ਸੀ। ਉਸ ਤੋਂ ਬਾਅਦ ਗੁਰੂ ਜੀ 3 ਘੰਟਿਆਂ ਵਾਸਤੇ ਹਰਿਮੰਦਰ ਸਾਹਿਬ ਵੱਲ ਵੀ ਗੇੜਾ ਲਾ ਕੇ ਆਉਂਦੇ। ਜਿਹੜੀ ਸੰਗਤ ਬਾਹਰੋਂ ਆਈ ਹੁੰਦੀ ਸੀ ਦੂਰ ਦੁਰਾਡੇ ਤੋਂ, ਉਹਨੂੰ ਦਰਸ਼ਨ ਦੇਣੇ ਹੁੰਦੇ ਸਨ। ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਗਏ ਹਨ ਪੰਜਵੇਂ ਪਾਤਸ਼ਾਹ ਜੀ ਦੇ ਦਰਸ਼ਨ ਬਹੁਰੋ ਮੁਰ ਆਏ। ਸੰਗਤਾਂ ਨੂੰ ਦਰਸ਼ਨ ਦੇ ਕੇ 2 ਘੰਟੇ 2.5 ਘੰਟੇ ਉੱਥੇ ਰਹੇ। ਸੰਗਤਾਂ ਨੂੰ ਉਪਦੇਸ਼ ਵੀ ਦਿੱਤਾ, ਦਰਸ਼ਨ ਵੀ ਦਿੱਤੇ ਔਰ ਆਪਣੀਆਂ ਗੁਰਸਿੱਖ ਸੰਗਤਾਂ ਦੀਆਂ ਅਰਦਾਸਾਂ ਸੁਣੀਆਂ। ਸੰਗਤਾਂ ਦੀਆਂ ਝੋਲੀਆਂ 'ਚ ਆਪਣੀਆਂ ਬਖਸ਼ਿਸ਼ਾਂ ਦਾ ਭੰਡਾਰਾ ਪਾਇਆ ਤੇ ਵਾਪਸ ਗੁਰਦੁਆਰੇ ਰਾਮਸਰ ਵਾਲੇ ਤੰਬੂ 'ਚ ਆ ਗਏ। ਜਾਮ ਦਿਵਸ ਬੈਠੇ ਹਰ ਖਾਏ। ਸਾਧ ਸੰਗਤ ਜੀ, ਸ਼ਾਮ ਦਾ ਟਾਈਮ ਸੀ, 1 ਪਹਿਰ ਦਿਨ ਰਹਿੰਦਾ ਸੀ। ਗੁਰੂ ਸਾਹਿਬ ਜੀ ਆਪਣੀ ਮੌਜ ਵਿੱਚ ਬੈਠੇ ਹਨ। 52 ਅਖਰੀ ਕਰੀਬ ਨਾਵਨ। ਉਥੇ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ ਜਿਹਨੂੰ 52 ਅਖਰੀ ਕਹਿੰਦੇ ਹਨ। ਇਹ ਗੌੜੀ ਮਹੱਲਾ ਪੰਜਵਾਂ। 52 ਅਖਰੀ ਗੌੜੀ, 52 ਅਖਰੀ ਮਹੱਲਾ ਪੰਜਵਾਂ।
ਅੱਜ ਕੱਲ੍ਹ ਜਿਹੜਾ ਸਰੂਪ ਮਹਾਰਾਜ ਦਾ ਛਾਪੇ ਵਾਲਾ ਹੈ ਇਹਦੇ ਵਿੱਚ 250 ਅੰਗ ਤੇ ਹੁੰਦੀ ਹੈ। ਪੁਰਾਤਨ ਤੇ ਹੱਥ ਲਿਖਤ ਹੁੰਦੇ ਸੀ, ਉਦੋਂ ਤੇ ਅੰਗਾਂ ਦੀ ਗਿਣਤੀ ਨਹੀਂ ਸੀ ਹੁੰਦੀ ਵੀ ਕਿਹੜੇ ਅੰਗ ਤੇ ਆਉਣੀ ਹੈ। ਪਰ ਹੁਣ ਜਿਹੜਾ ਸਰੂਪ 1430 ਅੰਗਾਂ ਵਾਲਾ ਹੈ ਉਹਦੇ ਵਿੱਚ ਇਹ ਬਾਣੀ ਆਉਂਦੀ ਹੈ 250 ਅੰਗ ਉੱਤੇ, ਗੌੜੀ 52 ਅੱਖਰੀ। ਇਹਦੀ ਉਥਾਨਕਾ ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਸੁਣਾਈ ਹੈ। ਇੱਕ ਵਾਰੀ ਮਾਤਾ ਗੰਗਾ ਜੀ ਸਹੇਲੀਆਂ ਦੇ ਆਖੇ ਲੱਗ ਗਏ। ਬੀਬੀਆਂ ਨੇ, ਸਹੇਲੀਆਂ ਨੇ ਮਾਤਾ ਜੀ ਦੀਆਂ ਜਿਹੜੀਆਂ ਪਿਆਰ ਵਾਲੀਆਂ ਬੀਬੀਆਂ ਸੀ ਗੁਰਸਿੱਖ, ਉਹਨਾਂ ਨੇ ਮਾਤਾ ਜੀ ਨੂੰ ਕਿਹਾ, ਮਾਤਾ ਜੀ ਤੁਹਾਡਾ ਰੂਪ ਬੜਾ ਸੁੰਦਰ ਹੈ। ਮਹਾਰਾਜ ਨੇ, ਪਰਮੇਸ਼ਰ ਨੇ ਆਪ ਜੀ ਨੂੰ ਰੰਗ ਰੂਪ ਬਹੁਤ ਦਿੱਤਾ ਹੈ, ਪਰ ਆਪ ਜੀ ਗਹਿਣੇ ਨਹੀਂ ਪਾਉਂਦੇ। ਸੋਨੇ ਦੇ ਗਹਿਣੇ ਬਣਾ ਕੇ ਕੰਨਾਂ ਵਿੱਚ, ਨੱਕ ਵਿੱਚ, ਗਲ ਵਿੱਚ, ਹੱਥਾਂ ਵਿੱਚ ਕੜੇ, ਕੰਗਣ, ਛਾਪਾਂ, ਮੁੰਦਰੀਆਂ ਔਰ ਕਾਂਟੇ ਵਗੈਰਾ ਪਾਇਆ ਕਰੋ, ਬੜੇ ਸੋਹਣੇ ਲੱਗੋਗੇ। ਮਾਤਾ ਜੀ ਸੱਚੇ ਪਾਤਸ਼ਾਹ ਜੀ ਨੂੰ ਕਹੋ ਵੀ ਸਾਨੂੰ ਗਹਿਣੇ ਦਾ ਡੱਬਾ ਬਣਾ ਦੇਣ। ਬੀਬੀਆਂ ਦੀ ਗੱਲ ਜਿਹੜੀ ਹੁੰਦੀ ਬੀਬੀਆਂ ਮੰਨ ਲੈਂਦੀਆਂ। ਮਾਤਾ ਜੀ ਨੇ ਮਾਈਆਂ ਦੀ ਗੱਲ ਮੰਨ ਲਈ ਤੇ ਜਦੋਂ ਗੁਰੂ ਸਾਹਿਬ ਘਰ ਆਏ ਤੇ ਮਾਤਾ ਜੀ ਮੱਥਾ ਟੇਕ ਕੇ ਕਹਿਣ ਲੱਗੇ, ਮਹਾਰਾਜ ਮੈਨੂੰ ਗਹਿਣਿਆਂ ਦਾ ਡੱਬਾ ਬਣਾ ਦਿਓ, ਮੈਂ ਵੀ ਸ਼ਿੰਗਾਰ ਕਰ ਲਿਆ ਕਰਾਂਗੀ ਕਦੀ ਕਦੀ। ਤੇ ਮਹਾਰਾਜ ਕਹਿੰਦੇ, ਗੰਗਾ ਜੀ ਠੀਕ ਹੈ, ਅਸੀਂ ਤੁਹਾਨੂੰ ਗਹਿਣਿਆਂ ਦਾ ਡੱਬਾ ਬਣਾ ਦਿਆਂਗੇ, ਤੁਹਾਨੂੰ ਸ਼ਿੰਗਾਰ ਡੱਬਾ ਬਣਾ ਦਿਆਂਗੇ, ਤੁਸੀਂ ਰੋਜ਼ ਸ਼ਿੰਗਾਰ ਕਰ ਲਿਆ ਜੀ। ਪਰ ਗੰਗਾ ਜੀ ਇਹ ਦੱਸੋ ਵੀ ਸੱਚਾ ਸ਼ਿੰਗਾਰ, ਆਤਮਾ ਦਾ ਸ਼ਿੰਗਾਰ, ਰੂਹ ਦਾ ਸ਼ਿੰਗਾਰ ਚਾਹੁੰਦੇ ਹੋ ਕਿ ਝੂਠਾ ਸ਼ਿੰਗਾਰ ਚਾਹੁੰਦੇ ਹੋ? ਇੱਕਦਮ ਮਾਤਾ ਗੰਗਾ ਜੀ ਸਮਝ ਗਏ। ਕਹਿੰਦੇ, ਸੱਚੇ ਪਾਤਸ਼ਾਹ ਸੱਚਾ ਸ਼ਿੰਗਾਰ ਹੀ ਬਖਸ਼ ਦਿਓ। ਮਹਾਰਾਜ ਕਹਿੰਦੇ, ਠੀਕ ਹੈ ਗੰਗਾ ਜੀ। ਫਿਰ ਮਹਾਰਾਜ ਨੇ ਇਹ 52 ਅੱਖਰੀ ਉਚਾਰਨ ਕੀਤੀ। ਇਹਦੇ ਵਿੱਚ ਜਿਵੇਂ ਸ਼ਿੰਗਾਰ ਡੱਬੇ ਹੁੰਦੇ ਸੀ ਨਾ ਪੁਰਾਣੇ ਜ਼ਮਾਨੇ ਵਿੱਚ, ਥੱਲੇ ਵੀ ਢੱਕਣ ਜਿਹਾ ਲੱਗਾ ਹੁੰਦਾ ਸੀ, ਉੱਤੇ ਵੀ ਲੱਗਾ ਹੁੰਦਾ ਸੀ, ਵਿੱਚ ਗਹਿਣੇ ਹੁੰਦੇ ਸੀ, ਕੰਨਾਂ ਦੀਆਂ ਵਾਲੀਆਂ, ਕੜੇ, ਮੁੰਦਰੀਆਂ, ਛਾਪਾਂ। ਇਸ 52 ਅੱਖਰੀ ਦੇ ਪਹਿਲਾਂ ਵੀ ਇੱਕ ਸ਼ਲੋਕ ਰੱਖਿਆ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ। ਉਹੀ ਸ਼ਲੋਕ ਲਾਸਟ ਵਿੱਚ ਫਿਰ ਰੱਖਿਆ, ਉਹੀ ਸ਼ਲੋਕ ਸੇਮ, ਕੋਈ ਅੱਖਰ ਨਹੀਂ ਬਦਲਿਆ। ਅੱਗੇ ਲਿਖ ਦਿੱਤਾ, ਇਹੋ ਸ਼ਲੋਕ ਆਦ ਅੰਤ ਪੜ੍ਹਨਾ, ਵੀ ਇਹ ਸ਼ਲੋਕ ਪਹਿਲਾਂ ਵੀ ਪੜ੍ਹਨਾ ਤੇ ਬਾਅਦ ਵਿੱਚ ਵੀ ਪੜ੍ਹਨਾ। ਇਹ ਨਾ ਹੋਵੇ ਵੀ ਕੋਈ ਕਵੇ ਵੀ ਪਹਿਲਾਂ ਪੜ੍ਹ ਲਿਆ ਸੀ ਹੁਣ ਦੁਬਾਰਾ ਪੜ੍ਹਨ ਦੀ ਕੀ ਲੋੜ ਹੈ। ਨਹੀਂ ਬਈ, ਇਹ ਬਾਣੀ ਜਪਣ ਜਾਊਗਾ, ਜਪਣੀ ਤਾਂ ਬਾਰ-ਬਾਰ ਹੀ ਪੈਂਦੀ ਹੈ। ਇਸ ਕਰਕੇ ਪਹਿਲਾਂ ਵੀ ਤੇ ਲਾਸਟ ਵਿੱਚ ਵੀ ਇਹ ਸ਼ਲੋਕ ਪੜ੍ਹਨਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਹ 52 ਅੱਖਰੀ ਬਾਣੀ ਉਚਾਰਨ ਕਰਕੇ ਮਾਤਾ ਗੰਗਾ ਜੀ ਨੂੰ ਕਿਹਾ ਵੀ ਇਹਦਾ ਰੋਜ਼ ਪਾਠ ਕਰਿਆ ਕਰੋ, ਤੁਹਾਡੀ ਆਤਮਾ ਦਾ ਸ਼ਿੰਗਾਰ ਹੋ ਜਾਏਗਾ। ਮਾਤਾ ਗੰਗਾ ਜੀ ਰੋਜ਼ ਇਹਦਾ ਜਾਪ ਕਰਿਆ ਕਰਦੇ ਸੀ। ਤੋ ਇਸੇ ਤਰ੍ਹਾਂ ਹੀ ਇੱਕ ਪੰਡਤ ਨੇ ਵੀ ਕਿਹਾ ਸੀ, ਮਹਾਰਾਜ 52 ਅੱਖਰਾਂ ਤੋਂ ਉਪਦੇਸ਼ ਦਿਓ, ਉਹਨੂੰ ਵੀ ਇਹਦੇ ਵਿੱਚ ਹੀ ਉਪਦੇਸ਼ ਦਿੱਤਾ ਮਹਾਰਾਜ ਨੇ। ਸੋ ਇਹ 52 ਅੱਖਰੀ ਹੁਣ ਗੁਰੂ ਸਾਹਿਬ ਨੇ ਉਚਾਰੀ ਹੈ। ਜਿਹੜਾ ਪੁਰਾਣਾ ਨਿਤਨੇਮ ਸੀ ਨਾ ਖਾਲਸੇ ਦਾ ਗੁਰੂ ਮਹਾਰਾਜ ਦੇ ਸਮੇਂ, ਉਹ ਬੜਾ ਵੱਡਾ ਸੀ। ਹੁਣ ਤੇ ਕਈ 5 ਬਾਣੀਆਂ ਦੀ ਥਾਂ ਤੇ 3 ਬਾਣੀਆਂ ਕਹਿੰਦੇ, ਕਈ 3 ਬਾਣੀਆਂ ਨੂੰ ਵੀ ਕਹਿੰਦੇ ਛੱਡ ਦਿਓ, ਇੱਕੋ ਹੀ ਬੜੀ ਹੈ। ਕਈ ਕਹਿੰਦੇ ਕਰੋ ਹੀ ਨਾ, ਲੋੜ ਹੀ ਨਹੀਂ, ਨਿਤਨੇਮ ਕਰਨ ਦੀ ਲੋੜ ਹੀ ਨਹੀਂ। ਸਾਧ ਸੰਗਤ ਜੀ, ਪਰ ਪੁਰਾਤਨ ਸਿੰਘਾਂ ਦਾ ਨਿਤਨੇਮ ਸੀ 5 ਗ੍ਰੰਥੀ, 10 ਗ੍ਰੰਥੀ। 5 ਗ੍ਰੰਥੀ ਇਹ ਬਾਣੀ ਆਉਂਦੀ ਹੈ 52 ਅੱਖਰੀ ਵੀ। ਸਿੱਧ ਗੋਸ਼ਟ, ਦੱਖਣੀ ਓਂਕਾਰ, ਆਸਾ ਦੀ ਵਾਰ, ਆਨੰਦ ਸਾਹਿਬ, ਜਪਜੀ ਸਾਹਿਬ, ਰਹਿ ਰਾਸ, ਸੁਖਮਨੀ ਸਾਹਿਬ ਤੇ ਆਸਾ ਦੀ ਵਾਰ, ਇਹ 10 ਬਾਣੀਆਂ ਨੇ 5 ਗ੍ਰੰਥੀ ਵਿੱਚ। ਉਹਨਾਂ 'ਚ ਇੱਕ ਬਾਣੀ ਹੈ 52 ਅੱਖਰੀ,
ਪੁਰਾਣੇ ਸਿੰਘ ਰੋਜ਼ ਪੜਿਆ ਕਰਦੇ ਸੀ। ਹਾਂਜੀ। ਉਚਰਤ ਮੁਖ ਤੇ ਹੇਤ ਲਿਖਾਵਨ, ਮਹਾਰਾਜ ਉਚਾਰਨ ਕਰੀ ਜਾਂਦੇ, ਭਾਈ ਗੁਰਦਾਸ ਜੀ ਲਿਖੀ ਜਾਂਦੇ ਐ। ਆਦ ਅੰਤ ਤਰ ਏਕ ਸ਼ਲੋਕ, ਇੱਕੋ ਹੀ ਸ਼ਲੋਕ ਪਹਿਲਾਂ ਤੇ ਉਹੀ ਸ਼ਲੋਕ ਬਾਅਦ ਵਿੱਚ ਵੀ ਲਿਖਿਆ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ ਪਹਿਲਾਂ ਵੀ ਲਿਖਿਆ। ਬਿਲਕੁਲ ਸੇਮ ਉਹ ਸ਼ਲੋਕ ਬਾਅਦ ਵਿੱਚ ਭੋਗ ਦੇ 55 ਪੌੜੀਆਂ 55 ਸ਼ਲੋਕ ਤੋਂ ਬਾਅਦ ਉਹ ਸਾਧ ਸੰਗਤ ਜੀ ਫਿਰ ਲਿਖਿਆ ਹੈ। ਹਾਂਜੀ। ਮਹਿਮਾ ਸਤਿਗੁਰ ਕੀ ਸੁਖ ਓਕ, ਜਿਹੜੀ ਗੁਰੂ ਦੀ ਮਹਿਮਾ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਿਮਾ ਹੈ, ਇਸ ਸ਼ਬਦ ਵਿੱਚ ਦੱਸੀ ਹੈ, 52 ਅੱਖਰੀ ਚ ਦੱਸੀ ਹੈ। ਇਹਦੇ ਚ ਮਹਾਰਾਜ ਨੇ ਅੱਖਰਾਂ ਦੁਆਰਾ ਉਪਦੇਸ਼ ਦਿੱਤਾ ਹੈ। ਲਿਖ ਪਠ ਕੈ ਪ੍ਰਸੰਨ ਭਾਈ, ਭਾਈ ਗੁਰਦਾਸ ਜੀ ਨਾਲ ਨਾਲ ਲਿਖੀ ਜਾਂਦੇ ਨੇ। ਗੁਰੂ ਸਾਹਿਬ ਬਾਣੀ ਉਚਾਰਨ ਕਰੀ ਜਾਂਦੇ ਨੇ 52 ਅੱਖਰੀ। ਮਹਾਰਾਜ ਉਪਦੇਸ਼ ਦਿੰਦੇ ਨੇ, ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ, ਕਹਾ ਬਿਸਾਸਾ ਦੇ ਕਾ, ਬਿਲਮ ਨ ਕਰਿਓ ਮੀਤ। ਇਹ ਭਰਾਈ ਪ੍ਰਮਾਤਮਾ ਦੇ ਗੁਣ ਗਾਓ। ਇਸ ਸਰੀਰ ਦਾ ਕੋਈ ਭਰੋਸਾ ਨਹੀਂ, ਕਿਹੜੇ ਵੇਲੇ ਖਤਮ ਹੋ ਜਾਣਾ, ਇਹਦਾ ਕੋਈ ਵਿਸ਼ਵਾਸ ਨਹੀਂ। ਇਸ ਕਰਕੇ ਹੁਣੇ ਹੀ ਸਤਨਾਮ ਸ੍ਰੀ ਵਾਹਿਗੁਰੂ ਜਪਣਾ ਸ਼ੁਰੂ ਕਰ ਦਿਓ। ਇਹ ਨਾ ਸੋਚੋ ਵੀ ਕੱਲ ਨੂੰ ਵਿਹਲੇ ਹੋ ਕੇ ਜਪਾਂਗੇ। ਵਿਹਲਾ ਤੇ ਬੰਦਾ ਕਦੀ ਹੁੰਦਾ ਹੀ ਨਹੀਂ। ਕੰਮਕਾਰ ਵੀ ਕਰੀ ਜਾਓ ਤੇ ਨਾਮ ਵੀ ਜਪੀ ਜਾਓ। ਦੇਰੀ ਨਾ ਕਰੋ। ਮਤਾ ਇਹ ਸੋਚੋ ਵੀ ਵਿਹਲੇ ਹੋਵਾਂਗੇ। ਵਿਹਲਾ ਤੇ ਮੌਤ ਨੇ 1 ਮਿੰਟ ਨਹੀਂ ਦੇਣਾ, ਸਾਰੇ ਕੰਮ ਵਿੱਚੇ ਰਹਿ ਜਾਣੇ। ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ, ਕਹਾਂ ਬਿਸਾਸਾ ਦੇਹ ਕਾ, ਬਿਲਮ ਨ ਕਰਿਓ ਮੀਤ। ਨਹਿ ਬਾਰਿਕ ਨਹਿ ਜੋਬਨ, ਨਹਿ ਬਿਰਧੀ ਕਛ ਬੰਧ, ਉਹ ਬੇਰਾ ਨਹਿ ਬੂਝੀਐ, ਜੋ ਆਏ ਪਰੈ ਜਮ ਫੰਦ। ਨਾ ਤਾਂ ਮੌਤ ਨੇ ਵੇਖਣਾ ਵੀ ਬੁੱਢਾ ਹੈ, ਨਾ ਵੇਖਣਾ ਜਵਾਨ ਹੈ, ਨਾ ਵੇਖਣਾ ਬੱਚਾ। ਉਹ ਮੌਤ ਨੇ ਬੱਚੇ ਵੀ ਲੈ ਜਾਂਦੀ ਹੈ, ਜਵਾਨ ਵੀ ਲੈ ਜਾਂਦੀ ਹੈ, ਬੁੱਢੇ ਵੀ ਲੈ ਜਾਂਦੀ ਹੈ। ਔਰ ਇਹ ਕੋਈ ਪਤਾ ਨਹੀਂ ਕਿਹੜੇ ਵੇਲੇ ਗਲ 'ਚ ਫਾਈ ਪੈ ਜਾਣੀ, ਕਿਹੜੇ ਵੇਲੇ ਮੌਤ ਆ ਜਾਣੀ। ਇਸ ਕਰਕੇ ਭਾਈ ਹੁਣੇ ਵਾਹਿਗੁਰੂ 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 ਜਪੋ। ਇਸ ਬਾਣੀ 'ਚ ਮਹਾਰਾਜ ਨੇ ਇਸ ਤਰ੍ਹਾਂ ਦੇ ਉਪਦੇਸ਼ ਦਿੱਤੇ ਹਨ। ਕਹਿਣ ਲੱਗਿਓ ਬਹੁ ਰੁਚਰ ਬਨਾਈ, ਭਾਈ ਗੁਰਦਾਸ ਜੀ ਬਾਣੀ ਲਿਖੀ ਵੀ ਗਏ ਤੇ ਆਨੰਦ ਵੀ ਮਾਣਦੇ ਗਏ ਤੇ ਕਹਿੰਦੇ ਨੇ, ਮਹਾਰਾਜ ਬੜੀ ਆਨੰਦ ਬਈ ਬਾਣੀ ਰਚੀ ਹੈ। ਬਹੁਤ ਹੀ ਆਨੰਦ ਆ ਰਿਹਾ ਮਹਾਰਾਜ 52 ਅੱਖਰੀ ਪੜ੍ਹ ਕੇ। ਕਿਆ ਬਾਤ ਹੈ ਸਾਧ ਸੰਗਤ ਜੀ, ਕਦੀ ਇਹਨਾਂ ਬਾਣੀਆਂ ਨੂੰ ਪੜ੍ਹੋ ਤਾਂ ਸਹੀ। ਆ ਦੁਨੀਆ ਦੇ ਸਾਰੇ ਸਵਾਦ ਭੁੱਲ ਜਾਣਗੇ ਬਾਣੀ ਦਾ ਸਵਾਦ ਜਦੋਂ ਆਉਂਦਾ। ਇਹੋ ਜਿਹਾ ਆਨੰਦ ਹੈ ਬਾਣੀ ਦੇ ਵਿੱਚ, ਕਿਹਾ ਨਹੀਂ ਜਾ ਸਕਦਾ। ਗੌੜੀ 52 ਅੱਖਰੀ ਦਾ ਆਨੰਦ ਹੀ ਆਨੰਦ, ਬਹੁਤ ਜ਼ਿਆਦਾ ਆਨੰਦ ਹੈ। ਹਾਂਜੀ। ਸੁੰਦਰ ਪਾਠ ਅਰਥ ਜਹ ਰਾਖਾ, ਬੜਾ ਸੋਹਣਾ ਪਾਠ ਹੈ, ਬੜੀ ਸੋਹਣੀ ਰਵਾਨੀ ਨਾਲ ਇੱਕੋ ਜਿਹੀ ਚਾਲ ਨਾਲ ਚੱਲਦੀਆਂ ਪੌੜੀਆਂ। ਸ਼ਲੋਕ ਬੜੇ ਸੋਹਣੇ ਨੇ। ਜਿਹੜੀ ਗੱਲ ਸ਼ਲੋਕ 'ਚ ਕਹਿੰਦੇ ਉਹਦੀ ਪੌੜੀ 'ਚ ਵਿਆਖਿਆ ਕਰਦੇ ਆ ਮਹਾਰਾਜ। ਅੱਖਰਾਂ ਦੁਆਰਾ ਉਪਦੇਸ਼ ਦਿੰਦੇ ਸਾਰਾ। ਅਰਥ ਵੀ ਬੜੇ ਕਮਾਲ ਦੇ ਨੇ। ਹਾਂਜੀ। ਸੁਣ ਸ੍ਰੀ ਅਰਜਨ ਪੁੰਨ ਬਚ ਭਾਖਾ, ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਬਾਣੀ ਆਪ ਜੀ ਦੀ ਸਾਰੀ ਹੀ ਅੰਮ੍ਰਿਤਮਈ ਹੈ, ਪਰ ਇਸ 52 ਅੱਖਰੀ ਨੇ ਤਾਂ ਮੇਰਾ ਮਨ ਬਾਗੋ ਬਾਗ ਕਰ ਦਿੱਤਾ। 52 ਅੱਖਰੀ ਪੜ੍ਹ ਕੇ ਤਾਂ ਲਿਖ ਕੇ ਤਾਂ ਮੇਰਾ ਰੋਮ ਰੋਮ ਖਿੜ ਗਿਆ ਹੈ। ਸ੍ਰੀ ਪਰਮੇਸ਼ਰ ਕੀਰਤ ਠਾਨੀ, ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਗੁਰਦਾਸ ਜੀ ਇਹ ਬਾਣੀ ਤੁਰਕੀ ਹੈ। ਇਹਦੇ ਵਿੱਚ ਪਰਮਾਤਮਾ ਦੀ ਉਸਤਤ, ਅਕਾਲ ਪੁਰਖ ਦੀ ਉਸਤਤ ਹੋਈ ਹੈ। ਜਿਸ ਬਾਣੀ ਵਿੱਚ ਵਾਹਿਗੁਰੂ ਦੀ ਸਿਫਤ ਗਾਈ ਜਾਂਦੀ ਉਹ ਬਾਣੀ ਸੋਹਣੀ ਹੁੰਦੀ ਹੈ। ਹਾਂਜੀ। ਰੁਚਿਰ ਵਿਭੂਖਣ ਤਿਸ ਗੁਰ ਬਾਣੀ, ਹਾਂ, ਜਿਵੇਂ ਕੋਈ ਬੰਦੇ ਨੂੰ ਗਹਿਣੇ ਸੋਹਣਾ ਬਣਾਉਂਦੇ ਨੇ, ਜਾਂ ਬੀਬੀਆਂ ਗਹਿਣੇ ਪਾਉਂਦੀ, ਪਹਿਲਾਂ ਬੰਦੇ ਵੀ ਪਾਉਂਦੇ ਸੀ, ਹੁਣ ਵੀ ਪਾਉਂਦੇ ਹੀ ਹੈ। ਹੁਣ ਗਹਿਣਿਆਂ ਦਾ ਡਿਜ਼ਾਈਨ ਬਦਲ ਗਿਆ। ਪਹਿਲਾਂ ਗਹਿਣਿਆਂ ਦਾ ਹੁੰਦਾ ਸੀ ਗਲ 'ਚ ਕੈਂਠਾ ਪਾਉਂਦੇ ਸੀ, ਛਾਪ ਮੁੰਦਰੀ ਹੁਣ ਵੀ ਪਾਉਂਦੇ ਨੇ, ਕੜੇ ਪਾਉਂਦੇ ਨੇ, ਬੀਬੀਆਂ ਵੀ ਪਾਉਂਦੀਆਂ ਗਹਿਣੇ। ਕਹਿੰਦੇ ਗਹਿਣਿਆਂ ਨਾਲ ਬੰਦੇ ਦਾ ਸਰੀਰ ਸੋਹਣਾ ਲੱਗਦਾ ਨਾ।
ਗੁਰਬਾਣੀ ਨਾਲ ਬੰਦੇ ਦੀ ਰੂਹ ਸੋਹਣੀ ਲੱਗਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਬੰਦੇ ਦੀ ਰੂਹ ਦਾ ਗਹਿਣਾ ਹੈ। ਹਾਂਜੀ, ਜੋ ਇਹੋ 52 ਬਰਨੀ ਬਣੀ, ਜੋ ਇਹ 52 ਅੱਖਰਾਂ ਦੀ ਬਾਣੀ ਅਸੀਂ ਬਣਾਈ ਹੈ, ਮਹਾਰਾਜ ਪਰਮੇਸ਼ਰ ਦੇ ਦਰ ਤੋਂ ਆਈ ਹੈ। ਸ਼ੁਭਤ ਚਰਾਓ ਹੀਰਨ ਮਨੀ, ਇਹ ਸਮਝੋ ਬਾਣੀ ਦੇ ਵਿੱਚ ਨਗ ਜੜੇ ਹੋਏ ਨੇ, ਹੀਰੇ ਜੜੇ ਹੋਏ ਨੇ, ਮੋਤੀ ਜੜੇ ਹੋਏ ਨੇ। ਇਹ ਸੋਹਣੇ ਗਹਿਣੇ ਅਸੀਂ ਬਣਾਏ ਨੇ, ਜਿਹਦੇ ਨਾਲ ਮੇਰੇ ਸਿੱਖ ਆਪਣੀ ਰੂਹ ਦਾ ਸ਼ਿੰਗਾਰ ਕਰਿਆ ਕਰਨਗੇ। ਹਾਂਜੀ, ਜੇਬ ਜਵਾਹਰ ਜਰਿਓ ਜਰਾਉ, ਆਹਾ, ਇਹਦੇ ਵਿੱਚ ਬੜੇ ਜੇਬ ਜਵਾਹਰ ਜਰਿਓ ਜਰਾਉ, ਜਜੇ ਅੱਖਰ ਨਾਲ ਹੀ ਭਾਈ ਸਾਹਿਬ ਪੰਕਤੀ ਲਿਖ ਰਹੇ ਨੇ। ਅਨੁਪਰਾਸ ਅਲੰਕਾਰ ਹੈ, ਬੜਾ ਕਮਾਲ ਦਾ ਸੁੰਦਰ ਵਰਤੋਂ ਕਰ ਰਹੇ ਨੇ। ਕਹਿੰਦੇ ਨੇ ਬੜੀ ਸੋਹਣੀ ਜੇਬ ਇਹਨਾਂ ਦੀ, ਹੀਰੇ ਮੋਤੀ ਜਵਾਹਰਾਤ ਜੜੇ ਹੋਏ ਨੇ। ਇਹ ਜੇਵਰ ਕੇ ਸਮਛਵ ਪਾਉ, ਉਹ ਜਿਹੜੇ ਦੁਨਿਆਵੀ ਜੇਵਰ ਨੇ ਉਹਨਾਂ ਨਾਲੋਂ ਕਿਤੇ ਜ਼ਿਆਦਾ ਇਸ ਬਾਣੀ ਦੀ ਸੋਭਾ ਹੈ। ਪਾਠਕ ਭੁਗਤ ਮੁਕਤ ਕੀ ਦਾਤਾ, ਜਿਹੜਾ ਬਾਣੀ ਨੂੰ ਪੜ੍ਹੇਗਾ 52 ਅੱਖਰੀ ਨੂੰ, 52 ਅੱਖਰੀ ਦਾ ਨਿਤਨੇਮ ਪੁਰਾਤਨ ਮਾਈਆਂ ਬਹੁਤ ਕਰਿਆ ਕਰਦੀਆਂ ਸਨ। ਜਿਹੜੇ ਵੀ ਸਿੰਘ ਪੜ੍ਹਨਗੇ ਬਾਣੀ 52 ਅੱਖਰੀ ਨੂੰ, ਮਹਾਰਾਜ ਕਹਿੰਦੇ ਭਾਵੇਂ ਬੀਬੀਆਂ ਹੋਣ ਭਾਵੇਂ ਸਿੰਘ ਹੋਣ, ਉਹਨਾਂ ਨੂੰ ਮੁਕਤੀ ਵੀ ਮਿਲੇਗੀ, ਭੁਗਤੀ ਵੀ ਮਿਲੇਗੀ। ਸੰਸਾਰ ਦੇ ਸੁੱਖ ਵੀ ਮਿਲਣਗੇ ਤੇ ਪਰਲੋਕ ਦੇ ਸੁੱਖ ਵੀ ਮਿਲਣਗੇ। ਫਲਤ ਫਲਤ ਸੁਖ ਜਿਨ ਰਸ ਜਾਤਾ, ਜਿਨ੍ਹਾਂ ਨੇ ਇਸ ਬਾਣੀ ਦੇ ਰਸ ਨੂੰ ਜਾਣ ਲਿਆ ਹੈ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੁਖ ਪ੍ਰਾਪਤ ਕਰਨਗੇ। ਕਹਿਤ ਸੁਨਤ ਬਚ ਇਸੀ ਪ੍ਰਕਾਰੇ, ਇਸ ਤਰ੍ਹਾਂ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਤੇ ਸਤਿਗੁਰੂ ਜੀ ਆਪਸ ਵਿੱਚ ਵਚਨ ਵਿਲਾਸ ਕਰਦੇ ਹਨ। ਭਈ ਜਾਮਨੀ ਤਮ ਘਨ ਸਾਰੇ, ਰਾਤ ਪੈ ਗਈ, ਹਨੇਰਾ ਪਸਰ ਗਿਆ, ਸਾਰੇ ਪਾਸੇ ਗੁਰੂ ਜੀ ਆਪਣੇ ਤੰਬੂ ਵਿੱਚ ਆਰਾਮ ਕਰਨ ਲੱਗੇ ਹਨ। ਭਾਈ ਗਇਓ ਆਪਨੇ ਡੇਰੇ, ਭਾਈ ਗੁਰਦਾਸ ਜੀ ਆਪਣੇ ਤੰਬੂ ਵਿੱਚ ਤੇ ਗੁਰੂ ਅਰਜਨ ਦੇਵ ਜੀ ਆਪਣੇ ਤੰਬੂ ਵਿੱਚ। ਗੁਰੂ ਵਿਚਾਰਨ ਕੀਨ ਬਡੇਰੇ, ਗੁਰੂ ਅਰਜਨ ਦੇਵ ਜੀ ਇਕਾਂਤ ਵਿੱਚ ਇਕੱਲੇ ਬੈਠ ਕੇ ਬੜੀ ਡੂੰਘੀ ਵਿਚਾਰ ਕਰਦੇ ਹਨ। ਜਿਸ ਕੋ ਪਠ ਹੈ ਸਿੱਖ ਕਰ ਨੇਮ, ਮਹਾਰਾਜ ਕਹਿੰਦੇ ਕੋਈ ਐਸੀ ਬਾਣੀ ਰਚੀਏ ਜਿਹਨੂੰ ਸਿੱਖ ਰੋਜ਼ ਪੜ੍ਹਿਆ ਕਰਨ। ਕੰਠ ਕਰੇ ਨਿਤ ਪ੍ਰਤ ਜੁਤ ਪ੍ਰੇਮ, ਔਰ ਰੋਜ਼ ਪਾਠ ਕਰਕੇ ਕੰਠ ਵੀ ਕਰ ਲੈ, ਬਾਣੀ ਕੰਠ ਵੀ ਹੋ ਜਾਵੇ, ਛੇਤੀ ਕੰਠ ਹੋ ਜਾਵੇ, ਮੂੰਹ ਤੇ ਚੜ ਜਾਵੇ ਤੇ ਸਿੱਖਾਂ ਦਾ ਨਿਤਨੇਮ ਹੋਵੇ ਬਾਣੀ ਉਹ। ਹਾਂਜੀ, ਜਿਮ ਗੀਤਾ ਸਭ ਸ਼ਾਸਤਰਨ ਸਾਰ, ਜਿਵੇਂ ਸਾਰੇ ਸ਼ਾਸਤਰਾਂ ਦੇ ਵਿੱਚੋਂ, ਵੇਦਾਂ ਦੇ ਪੁਰਾਣਾਂ ਦੇ ਵਿੱਚੋਂ ਨਿਚੋੜ ਕੱਢ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਗੀਤਾ ਦਿੱਤੀ ਹੈ। ਗੀਤਾ ਦੇ 18 ਅਧਿਆਏ ਜੋ ਹਨ, ਸਾਰੇ ਸ਼ਾਸਤਰਾਂ ਦਾ ਸਾਰ ਕੱਢਿਆ। ਜਿਵੇਂ ਕਹਿੰਦੇ ਨਾ ਵੀ ਦੁੱਧ ਵਿੱਚੋਂ ਮੱਖਣ ਕੱਢ ਲੈਂਦੇ, ਤਿਲਾਂ ਚੋਂ ਤੇਲ ਕੱਢ ਲੈਂਦੇ ਆ, ਉਹਨੂੰ ਕਹਿੰਦੇ ਵੀ ਨਿਚੋੜ ਕੱਢ ਲਿਆ। ਸਾਰੇ ਵੇਦਾਂ ਸ਼ਾਸਤਰਾਂ ਦਾ ਲੰਮੇ ਚੌੜੇ ਪ੍ਰਕਰਣਾਂ ਦਾ ਸਾਰ ਕੱਢ ਲਿਆ। ਸ੍ਰੀ ਮਦ ਭਾਗਵਤ ਗੀਤਾ ਭਗਵਾਨ ਕ੍ਰਿਸ਼ਨ ਜੀ ਮੈਦਾਨੇ ਜੰਗ ਵਿੱਚ ਅਰਜਨ ਨੂੰ ਉਪਦੇਸ਼ ਦਿੱਤਾ। ਜਿਹੜੇ ਧਰਮੀ ਲੋਕ ਨਿਤਨੇਮੀ ਹਨ, ਰੋਜ਼ ਗੀਤਾ ਦਾ ਪਾਠ ਸਵੇਰੇ ਉੱਠ ਕੇ ਕਰਦੇ ਹਨ। ਹਾਂਜੀ, ਵੇਦ ਸਾਰ ਤਿਮ ਲਹਿ ਨਿਕਾਰ, ਵੇਦਾਂ ਸ਼ਾਸਤਰਾਂ ਦਾ ਸਾਰਾ ਤਤ ਕੱਢ ਕੇ ਗੀਤਾ ਬਣਾਈ ਗਈ ਜਿਵੇਂ। ਹਾਂਜੀ, ਨਰਨ ਉਦਾਹਰਨ ਹਿਤ ਅਸ ਬਾਣੀ, ਹੁਣ ਕਲਯੁਗ ਦਾ ਸਮਾਂ ਹੈ, ਲੋਕਾਂ ਨੂੰ ਗੀਤਾ ਦੀ ਵੀ ਸਮਝ ਨਹੀਂ ਆਉਂਦੀ। ਸੰਸਕ੍ਰਿਤ ਭਾਸ਼ਾ ਲੋਕ ਪੜ੍ਹ ਨਹੀਂ ਸਕਦੇ ਤੇ ਗੀਤਾ ਲੋਕਾਂ ਕੋਲੋਂ ਕੰਠ ਵੀ ਨਹੀਂ ਹੋ ਸਕਦੀ ਤੇ ਸਮਝ ਵੀ ਨਹੀਂ ਆ ਸਕਦੀ। ਪਹਿਲੀ ਗੱਲ ਹੈ ਪੜ੍ਹੀ ਨਹੀਂ ਜਾਂਦੀ, ਫਿਰ ਸਮਝਣੀ ਤਾਂ ਹੋਰ ਔਖੀ ਹੈ। ਮਹਾਰਾਜ ਕਹਿੰਦੇ ਐਸੀ ਬਾਣੀ ਰਚ ਦਈਏ ਜਿਹੜੀ ਸਾਰਿਆਂ ਨੂੰ ਪੜ੍ਹਨੀ ਵੀ ਸੌਖੀ ਹੋਵੇ, ਸਮਝਣੀ ਵੀ ਸੌਖੀ ਹੋਵੇ। ਹਾਂਜੀ, ਚਾਹੇ ਇਹ ਰਚੀ ਮਹਿਦ ਸੁਖ ਦਾਨੀ, ਸੁਖ ਦੇਣ ਵਾਲੀ ਬਾਣੀ ਰਚ ਦਈਏ ਜਿਹਦਾ ਹਰ ਇੱਕ ਬੰਦਾ ਨਿਤਨੇਮ ਨਾਲ ਪਾਠ ਕਰ ਸਕੇ। ਜਾਮ ਜਾਮਨੀ ਜਗ ਹੈ ਜਾਵਤ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਵੇਲੇ ਜਾਗ ਕੇ ਜਿਹੜੇ ਗੁਰਸਿੱਖ ਬਾਣੀ ਪੜ੍ਹਨ, ਇਹੀ ਵਿਚਾਰ ਕਰਤ ਰਹਿ ਤਾਵਤ। ਮਹਾਰਾਜ ਜੀ ਵੇ ਵਿਚਾਰ ਰਾਤ 10 ਵਜੇ ਤਾਈਂ ਕਰਦੇ ਰਹੇ। 10 ਵਜੇ ਗੁਰੂ ਜੀ ਆਪਣੇ ਪਲੰਗ ਤੇ ਬਿਰਾਜ ਜਾਂਦੇ ਸੀ, 2-2:30 ਵਜੇ ਮਹਾਰਾਜ ਉੱਠ ਪੈਂਦੇ ਸੀ, 3-4 ਘੰਟੇ ਰਾਤ ਨੂੰ ਆਰਾਮ ਕਰਦੇ ਸੀ। ਇਹ ਗੁਰੂ ਅਰਜਨ ਦੇਵ ਜੀ ਦਾ ਨੇਮ ਸੀ। ਲਗਭਗ 10 ਵਜੇ ਤੱਕ ਗੁਰੂ ਜੀ ਇਹ ਵਿਚਾਰਦੇ ਰਹੇ ਵੀ ਐਸੀ ਬਾਣੀ ਰਚੀਏ
ਜਿਹੜੀ ਸਿੱਖ ਰੋਜ਼ ਪੜਿਆ ਕਰਨ ਤੇ ਰੋਜ਼ ਪੜ੍ਹ ਕੇ ਉਹਨੂੰ ਜ਼ਬਾਨੀ ਯਾਦ ਹੋ ਜਾਵੇ। ਹਾਂਜੀ, ਬਹੁਰ ਜਥਾ ਸੁਖ ਸ੍ਰੀ ਗੁਰ ਸੋਏ। ਫਿਰ ਮਹਾਰਾਜ ਸੁਖ ਨਾਲ ਪਲੰਘ ਤੇ ਬਿਰਾਜਮਾਨ ਹੋ ਗਏ, ਸੁਖ ਨਾਲ ਸੌਂ ਕੇ ਰਾਤ ਗੁਜ਼ਾਰੀ ਹੈ। ਜਿਨ ਬਹੁ ਦਾਸਨ ਕੇ ਦੁਖ ਖੋਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਨਾਂ ਲੈਣ ਨਾਲ ਹੀ ਦੁੱਖ ਦੂਰ ਹੋ ਜਾਂਦੇ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਲੰਘ ਤੇ ਬਿਰਾਜਮਾਨ ਹੋ ਗਏ ਹਨ। ਜਾਮ ਨਿਸਾ ਤੇ ਜਾਗਤ ਸੁਆਮੀ। ਮਹਾਰਾਜ ਜੀ ਦਾ ਰੋਜ਼ ਦਾ ਨੇਮ ਸੀ। ਦਸਾਂ ਹੀ ਪਾਤਸ਼ਾਹੀਆਂ ਨੇ ਇੱਕ ਨੇਮ ਪੱਕਾ ਸਾਰਿਆਂ ਨੇ ਨਿਭਾਇਆ। ਉਹ ਕੀ ਹੈ? ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਨਾ। ਸਵੇਰੇ 2:30-3 ਵਜੇ ਉੱਠ ਪੈਂਦੇ ਸੀ ਸਾਰੇ ਗੁਰੂ ਮਹਾਰਾਜ। ਦਸਾਂ ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹ ਲਓ। ਇਹ ਅੰਮ੍ਰਿਤ ਵੇਲਾ ਨਹੀਂ ਖੁੰਝਾਇਆ ਇੱਕ ਦਿਨ ਵੀ ਮਹਾਰਾਜ ਦੇ ਇਤਿਹਾਸ ਇਹੋ ਜਿਹਾ ਦਿਨ ਨਹੀਂ ਆਉਂਦਾ ਵੀ ਜਦੋਂ ਮਹਾਰਾਜ ਅੰਮ੍ਰਿਤ ਵੇਲੇ ਨਾ ਉੱਠੇ ਹੋਣ, ਇਸ਼ਨਾਨ ਨਾ ਕੀਤਾ ਹੋਵੇ, ਨਿਤਨੇਮ ਨਾ ਕੀਤਾ। ਇਹ ਪੱਕਾ ਸੀ। ਅੱਜ ਮਹਾਰਾਜ ਗੁਰੂ ਅਰਜਨ ਦੇਵ ਜੀ ਅੰਮ੍ਰਿਤ ਵੇਲੇ 2-2:30 ਵਜੇ ਉੱਠੇ ਹਨ। ਕਰੀ ਸੋਚ ਸਭ ਅੰਤਰ ਜਾਮੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠ ਕੇ ਸੋਚਾ ਚਾਰ ਕਿਰਿਆ ਕੀਤੀ ਹੈ। ਦੰਤ ਧਾਵਨੀ ਕੀਨ ਬਣਾਏ। ਔਰ ਫਿਰ ਦਾਤਣ ਕੀਤੀ ਹੈ। ਪੁਨ ਗਮਨ ਗੁਰ ਸਹਿਜ ਸੁਭਾਏ। ਫਿਰ ਮਹਾਰਾਜ ਸਰੋਵਰ ਇਸ਼ਨਾਨ ਕਰਨ ਗਏ ਹਨ। ਤੰਬੂ ਭਾਈ ਕੇਤਵ ਆਏ। ਤੇ ਫਿਰ ਭਾਈ ਗੁਰਦਾਸ ਜੀ ਦੇ ਤੰਬੂ ਲਾਗੇ ਹੀ ਲੱਗਾ ਸੀ, ਉੱਥੇ ਆ ਗਏ। ਚਲੇ ਤਾਹੇ ਕੋ ਸਾਥਰ ਲਾਏ। ਤੇ ਭਾਈ ਸਾਹਿਬ ਨੂੰ ਨਾਲ ਲੈ ਕੇ, ਭਾਈ ਗੁਰਦਾਸ ਜੀ ਵੀ ਦਾਤਨ ਕਰਲਾ ਕਰ ਚੁੱਕੇ ਸਨ, ਉਹਨਾਂ ਨੂੰ ਨਾਲ ਲੈ ਕੇ ਰਾਮ ਸਰੋਵਰ ਤੀਰਥ ਤੀਰ। ਸ੍ਰੀ ਰਾਮਸਰ ਸਰੋਵਰ, ਉੱਥੇ ਹੀ ਜਿੱਥੇ ਗੁਰੂ ਗ੍ਰੰਥ ਸਾਹਿਬ ਲਿਖਿਆ ਨਾਲ ਇੱਕ ਸਰੋਵਰ ਹੈ। ਉਸ ਸਰੋਵਰ ਦਾ ਨਾਮ ਗੁਰਦੁਆਰਾ ਰਾਮਸਰ ਤੀਰਥ ਹੈ। ਉਹਦੇ ਉੱਤੇ ਇਸ਼ਨਾਨ ਕੀਤਾ। ਕੀਨ ਇਸ਼ਨਾਨ ਗੁਰੂ ਗੰਭੀਰ। ਮਹਾਰਾਜ ਜੀ ਨੇ ਤੇ ਭਾਈ ਗੁਰਦਾਸ ਜੀ ਨੇ ਸਰੋਵਰ ਰਾਮਸਰ ਵਿੱਚ ਇਸ਼ਨਾਨ ਕੀਤਾ। ਪੁਨ ਤਹਿ ਠਾ ਗੁਰਦਾਸ ਇਸ਼ਨਾਨਾ। ਪਹਿਲਾਂ ਗੁਰੂ ਜੀ ਨੇ ਇਸ਼ਨਾਨ ਕੀਤਾ, ਪਿੱਛੋਂ ਭਾਈ ਗੁਰਦਾਸ ਜੀ ਨੇ ਵੀ ਇਸ਼ਨਾਨ ਕਰ ਲਿਆ। ਵਸਤਰ ਪਹਿਰ ਕਰ ਥਿਤ ਤਿਸ ਥਾਨਾ। ਔਰ ਵਸਤਰ ਪਹਿਨ ਕੇ ਮਹਾਰਾਜ ਜੀ ਅਤੇ ਭਾਈ ਗੁਰਦਾਸ ਜੀ ਬੈਠ ਗਏ। ਰਾਮ ਤਾਲ ਕੀ ਕੌਣ ਇਸਾਨ। ਸ੍ਰੀ ਰਾਮਸਰ ਸਰੋਵਰ ਦੀ ਜਿਹੜੀ ਈਸ਼ਾਨ ਕੌਣ ਹੈ? ਇਹ ਸਾਧ ਸੰਗਤ ਜੀ 4 ਈਸਟ ਵੈਸਟ ਨਾਰਥ ਸਾਊਥ ਜਿਹੜੇ ਆਪਾਂ ਕਹਿੰਦੇ ਆ, ਉੱਤਰ ਦੱਖਣ ਪੂਰਬ ਪੱਛਮ, ਤੇ ਇਹਨਾਂ ਦੇ ਵਿੱਚ ਕੋਣਾਂ ਹੁੰਦੀਆਂ ਨੇ 4। ਇੱਕ ਨੂੰ ਅਗਨੀ ਕੌਣ ਕਹਿੰਦੇ ਨੇ, ਇੱਕ ਨੂੰ ਵਾਵੀ ਕੌਣ ਕਹਿੰਦੇ ਨੇ, ਇੱਕ ਨੂੰ ਨੈਰਤ ਕੌਣ ਕਹਿੰਦੇ ਨੇ, ਇੱਕ ਨੂੰ ਈਸ਼ਾਨ ਕੌਣ ਕਹਿੰਦੇ ਨੇ। ਜਿਹੜੀ ਉਹਦੀ ਈਸ਼ਾਨ ਕੌਣ ਹੈ? ਹਾਂਜੀ, ਇੱਕ ਬਦਰੀ ਸੁਭ ਖਰੀ ਸਥਾਨ। ਉੱਥੇ ਇੱਕ ਬੇਰੀ ਦਾ ਦਰਖਤ ਸੀਗਾ, ਅੱਜ ਵੀ ਹੈ। ਕਦੀ ਜਾਓ ਰਾਮਸਰ ਗੁਰਦੁਆਰੇ 'ਚ, 2 ਗੁਰਦੁਆਰੇ, ਪੁੱਛੋ ਇਹ 2 ਕਿਉਂ ਬਣੇ ਹੋਏ ਨੇ ਸਰੋਵਰ ਦੇ ਕੰਢੇ ਤੇ। ਇੱਕ ਰਾਮਸਰ ਉਹ ਗੁਰਦੁਆਰਾ ਹੈ ਜਿਹਦੇ 'ਚ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਲਿਖਿਆ ਹੈ। ਦੂਜਾ ਉਹ ਬੇਰੀ ਵਾਲਾ ਸਥਾਨ ਜਿਹੜਾ ਹੈ, ਉਹਦੇ ਥੱਲੇ ਬਹਿ ਕੇ ਗੁਰੂ ਜੀ ਨੇ ਸੁਖਮਨੀ ਸਾਹਿਬ ਉਚਾਰਨ ਕੀਤੀ। ਉਹ ਗੁਰਦੁਆਰੇ ਦਾ ਨਾਮ, ਉਹ ਸਥਾਨ ਦਾ ਨਾਮ ਇਹ ਹੈ ਵੀ ਇੱਥੇ ਗੁਰੂ ਸਾਹਿਬ ਜੀ ਨੇ ਸੁਖਮਨੀ ਸਾਹਿਬ ਜੀ ਬਾਣੀ 24 ਅਸ਼ਟਪਦੀਆਂ ਸ਼ਲੋਕ ਸਹਿਤ ਉਚਾਰਨ ਕੀਤੀਆਂ। ਹਾਂਜੀ, ਕਿਰਪਾ ਸਿੰਧ ਵਿਲੋਕਨ ਕੀਨੇ। ਮਹਾਰਾਜ ਦੀ ਕਿਰਪਾ ਦੇ ਸਾਗਰ ਨੇ ਬਹੁਤ ਸੁੰਦਰ ਜਗ੍ਹਾ ਵੇਖੀ, ਉੱਥੇ ਚੌਂਕੜਾ ਲਾ ਕੇ ਬੈਠ ਗਏ ਨੇ। ਤਿਸ ਤਰ ਕੇ ਤਰ ਤਬ ਆਸੀਨੇ। ਉਸ ਬੇਰੀ ਦੇ ਛਾਂ 'ਚ ਬੈਠੇ ਨੇ ਸੱਚੇ ਪਾਤਸ਼ਾਹ, ਜਿਹੜੀ ਬੇਰੀ ਅੱਜ ਵੀ ਖੜੀ ਹੈ। ਸਾਧ ਸੰਗਤ ਜੀ, ਹਾਂਜੀ ਪੜੋ। ਸਨਮੁਖ ਬੈਠ ਗਇਓ ਗੁਰਦਾਸ। ਸਾਹਮਣੇ ਭਾਈ ਗੁਰਦਾਸ ਜੀ ਬੈਠ ਗਏ ਤੇ ਗੁਰੂ ਅਰਜਨ ਦੇਵ ਜੀ ਚੌਂਕੜਾ ਲਾ ਲਿਆ। ਸ੍ਰੀ ਗੁਰ ਕੀਨਸ ਬਾਕ ਪ੍ਰਕਾਸ਼। ਮਹਾਰਾਜ ਭਾਈ ਗੁਰਦਾਸ ਜੀ ਨੂੰ ਕਹਿੰਦੇ ਹਨ, ਸਮਾ ਘੋਰ ਕਲਯੁਗ ਕੋ ਆਇਓ। ਇਹ ਭਾਈ ਗੁਰਦਾਸ ਜੀ, ਅਗਲਾ ਟਾਈਮ ਬੜਾ ਮਾੜਾ ਆ ਰਿਹਾ ਹੈ। ਕਲਯੁਗ ਦਾ ਘੋਰ ਭਿਆਨਕ ਸਮਾਂ ਜੋ ਅੱਗੇ ਆਉਣਾ ਹੈ, ਫਿਰ ਭਵਿੱਖ ਦੇ ਵਿੱਚ ਬਹੁਤ ਹੀ
ਸਮਾਂ ਮਾੜਾ ਆ ਰਿਹਾ ਹੈ। ਹਾਂਜੀ, ਕਟਕ ਵਿਕਾਰਨ ਕੋ ਜਗ ਛਾਇਓ। ਇਹਦੇ ਵਿੱਚ ਵਿਕਾਰਾਂ ਦੀਆਂ ਬੜੀਆਂ ਫੌਜਾਂ ਚੜ੍ਹਨੀਆਂ ਨੇ। ਕਟਕ ਕਹਿੰਦੇ ਨੇ ਫੌਜ ਨੂੰ। ਵਿਕਾਰਾਂ ਦੀਆਂ ਫੌਜਾਂ ਚੜ੍ਹੀਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਦਵੈਸ਼, ਨਿੰਦਾ, ਚੁਗਲੀ, ਦਲਾਂ ਦੇ ਦਲ ਚੜੇ ਹੋਏ ਨੇ ਬੰਦੇ ਨੂੰ ਢਾਉਣ ਵਾਸਤੇ, ਬਰਬਾਦ ਕਰਨ ਵਾਸਤੇ। ਹਾਂਜੀ, ਤਿਨ ਕੋ ਪਾਏ ਪਾਪ ਨਰ ਕਰਈ। ਇਹਨਾਂ ਵਿਕਾਰਾਂ ਕਰਨ ਨੂੰ ਪ੍ਰਾਪਤ ਕਰਕੇ ਜੀਵ ਪਾਪਾਂ 'ਚ ਪੈਣਗੇ। ਕੋਈ ਕਾਮ ਕਰਕੇ ਪਾਪ ਕਰੇਗਾ, ਕੋਈ ਕ੍ਰੋਧ ਨਾਲ ਪਾਪ ਕਰੇਗਾ, ਕੋਈ ਲੋਭ ਕਰਕੇ ਪਾਪੀ ਬਣੇਗਾ। ਇਹ ਵਿਕਾਰ ਬੰਦੇ ਨੂੰ ਪਾਪਾਂ ਵੱਲ ਪ੍ਰੇਰਿਤ ਕਰਨਗੇ। ਹਾਂਜੀ, ਅੰਤ ਕਾਲ ਵਿੱਚ ਨਰਕ ਸੁਪਰਈ। ਉਹਨਾਂ ਪਾਪਾਂ ਨੂੰ ਕਰਕੇ ਫਿਰ ਨਰਕਾਂ 'ਚ ਪੈਣਗੇ, ਨਰਕਾਂ 'ਚ ਦੁਖੀ ਹੋਣਗੇ। ਹਾਂਜੀ, ਭੋਗ ਮਹਾ ਦੁਖ ਸੰਪਤ ਘਨੇ। ਮਹਾਰਾਜ ਕਹਿੰਦੇ ਬੜੇ ਦੁੱਖ, ਬੜੇ ਸਾਲ ਨਰਕਾਂ 'ਚ ਦੁੱਖ ਭੋਗਣਗੇ। ਹਾਂਜੀ, ਤਹਾਂ ਸਹਾਇਕ ਕੋਈ ਨਾ ਬਣੇ। ਉੱਥੇ ਫਿਰ ਨਰਕਾਂ 'ਚ ਦਾ ਕੋਈ ਸਾਥੀ ਨਹੀਂ ਬਣੇਗਾ। ਉੱਥੇ ਤੇ ਫਿਰ ਡੰਡੇ ਖਾਣੇ ਪੈਣਗੇ ਜਮਾਂ ਦੇ। ਦਰ ਲਏ ਲੇਖਾ ਪੀੜ ਛੁੱਟੈ ਨਾਨਕਾ, ਜਿਉਂ ਤੇਲ, ਜਿਵੇਂ ਤਿਲਾਂ ਨੂੰ ਪੀੜ ਕੇ ਘਾਣੂਈ ਦੇ ਵਿੱਚ ਤੇਲ ਕੱਢਦੇ ਨੇ, ਏਦਾਂ ਦੂਤ ਬੰਦੇ ਨੂੰ ਉੱਥੇ ਦੁੱਖ ਦੇਣਗੇ। ਹਾਂਜੀ, ਜਿਨ ਹਿਤ ਪਾਪਨ ਕਰਤ ਅਨੇਕ। ਜਿਨ੍ਹਾਂ ਕੰਮਾਂ ਲਈ ਅਸੀਂ ਬੜੇ ਪਾਪ ਕਰ ਰਹੇ, ਜੀਵ ਪਾਪ ਕਰਨਗੇ। ਤਿਨ ਮਹਿ ਤਹਾਂ ਨਾ ਪਹੁੰਚਿਓ ਏਕ। ਉਹ ਕੰਮ ਨਾਲ ਕੋਈ ਨਹੀਂ ਜਾਣਗੇ, ਇੱਕ ਵੀ ਨਹੀਂ ਜਾਏਗਾ। ਬਹੁ ਦੂਤਨ ਤੇ ਲਹਿ ਸਜਾਈ। ਔਰ ਬੜੇ ਜਮਦੂਤਾਂ ਤੋਂ ਸਜ਼ਾ ਪਾਣਗੇ। ਭੋਗ ਪਾਪ ਫਲ ਪੁੰਨ ਨਿਕਸਾਈ। ਆਪਣੇ ਪਾਪਾਂ ਦਾ ਫਲ ਨਰਕਾਂ 'ਚ ਭੋਗ ਕੇ ਫਿਰ ਨਰਕਾਂ 'ਚੋਂ ਨਿਕਲਣਗੇ। ਸ਼ਸ਼ਕਰ ਸੋ ਮਿਲ ਤ੍ਰਿਣ ਨਮ ਜਾਰੀ। ਫਿਰ ਸਾਧ ਸੰਗਤ ਜੀ ਚੰਦਰਮਾ ਦੀਆਂ ਕਿਰਨਾਂ ਦੁਆਰਾ, ਉਹ ਬਰਸਾਤ ਦੇ ਰੂਪ ਵਿੱਚ ਸੂਰਜ ਦੀਆਂ ਕਿਰਨਾਂ ਦੁਆਰਾ, ਚੰਦਰਮਾ ਦੀਆਂ ਕਿਰਨਾਂ ਦੁਆਰਾ ਘਾਹ ਦੇ ਤੀਲਿਆਂ ਵਿੱਚ, ਫਸਲਾਂ ਵਿੱਚ ਰੂਹ ਆਵੇਗੀ। ਹਾਂਜੀ, ਆਏ ਪਰਤ ਦੁਖ ਪਾਵਤ ਭਾਰੀ। ਏਦਾਂ ਹੁੰਦਾ ਹੈ ਕਿ ਜਿਹੜੀ ਉਹ ਸੂਖਮ ਖੇਡ ਹੈ ਆਤਮਾ ਦੀ, ਉਹ 84 ਦੇ ਚੱਕਰ 'ਚ ਪੈ ਜਾਂਦੀ ਹੈ। ਫਿਰ ਉਹ ਬਨਸਪਤੀ ਦੇ ਰੂਪ ਵਿੱਚ ਬੱਦਲ ਦੇ ਦੁਆਰਾ, ਹਵਾ ਦੇ ਦੁਆਰਾ ਆ ਕੇ ਕੋਈ ਘਾਹ ਬਣਦਾ ਹੈ, ਕੋਈ ਆਲੂ ਗੋਭੀ ਟਮਾਟਰ, ਕੋਈ ਕਣਕ, ਕੋਈ ਬੱਕੀ, ਕੋਈ ਚਾਵਲ। ਇਹ ਸਾਰੀਆਂ ਜੂਨਾਂ ਨੇ। ਕਈ ਲੋਕ ਕਹਿੰਦੇ ਵੀ ਜੂਨਾਂ ਕਿਹੜੀਆਂ ਨੇ? 84 ਲੱਖ। ਇਹ ਸਾਰੀਆਂ ਜੂਨਾਂ ਹੀ ਨੇ। 84 ਲੱਖ ਜੂਨਾਂ 'ਚ ਇਹ ਵੀ ਜੂਨਾਂ ਨੇ। ਪਹਿਲੀਆਂ ਜੂਨਾਂ ਇਹ ਨੇ, ਘਾਹ ਤੋਂ ਲੈ ਕੇ ਜਿੰਨੀਆਂ ਵੀ ਫਸਲਾਂ, ਫਲ ਫਰੂਟ ਹੈ, ਜਾਂ ਕਹਿ ਲਓ ਵੀ ਆਪਣੀ ਕਣਕ ਹੈ, ਛੋਲੇ ਹਨ, ਬਾਜਰਾ ਹੈ, ਜੋ ਕੁਛ ਵੀ ਖਾਂਦੇ ਆਪਾਂ ਫੂਡ, ਜਿਹੜਾ ਵੈਜੀ ਹੈ, ਪਹਿਲਾਂ ਇਹ ਪੈਦਾ ਹੁੰਦਾ, ਇਹਦੇ ਵਿੱਚ ਰੂਹ ਆਉਂਦੀ ਹੈ। ਹਾਂਜੀ, ਅਨ ਤ੍ਰਿਣ ਮਹਿ ਮਿਲ ਸੋ ਜਾਏ। ਉਹ ਫਿਰ ਜੀਵ ਆਤਮਾ ਅੰਨ ਵਿੱਚ, ਤਿਰਣ ਵਿੱਚ, ਘਾਹ ਦੇ ਤੀਲਿਆਂ ਵਿੱਚ, ਫਸਲਾਂ ਵਿੱਚ, ਫੁੱਲਾਂ ਵਿੱਚ, ਵੱਖੋ ਵੱਖ ਜਿਹੋ ਜਿਹਾ ਕਰਮ ਹੁੰਦਾ ਉਧਰ ਜਾ ਮਿਲਦੀ ਹੈ। ਹਾਂਜੀ, ਪੁਨ ਦੇਹੀ ਤਿਸ ਕੋ ਮੁਖ ਖਾਏ। ਫਿਰ ਉਹਨੂੰ ਜੀਵ ਖਾਂਦੇ ਨੇ। ਜੀਵ ਖਾਂਦੇ, ਪਸ਼ੂ ਵੀ ਖਾਂਦੇ, ਪੰਛੀ ਵੀ ਖਾਂਦੇ, ਬੰਦੇ ਵੀ ਖਾਂਦੇ। ਦੰਦਾਂ ਥੱਲੇ ਦੱਬ ਦੱਬ ਕੇ ਉਹਨੂੰ ਚਿੱਥ ਚਿੱਥ ਕੇ ਖਾ ਜਾਂਦੇ। ਹਾਂਜੀ, ਦੰਤਨ ਤਰੇ ਕਸ਼ਟ ਕੋ ਪਾਵਹਿ। ਉਹ ਫਿਰ ਜੂਨੀ ਜਿਹੜੀ ਦੰਦਾਂ ਥੱਲੇ ਕਸ਼ਟ ਪਾਉਂਦੀ। ਪਹਿਲਾਂ ਉਸ ਤੋਂ ਬੜੇ ਪ੍ਰੋਸੀਜਰ ਨੇ। ਪਹਿਲਾਂ ਹੁਣ ਮੰਨ ਲਓ ਕਣਕ ਹੀ ਹੈ, ਉਹਨੂੰ ਬੀਜਿਆ, ਉਹਨੇ 2-2.5 ਮਹੀਨਿਆਂ ਵਿੱਚ ਉਹ ਬੂਟਾ ਹੋਇਆ। ਫਿਰ ਉਹ ਪਹਿਲਾਂ ਵਧਿਆ, ਫਿਰ ਸੁੱਕਿਆ, ਫਿਰ ਪੱਕਿਆ, ਫਿਰ ਉਹਨੂੰ ਦਾਤਰੀ ਨਾਲ ਕੱਟਿਆ, ਫਿਰ ਉਹਨੂੰ ਝਾੜਿਆ, ਫਿਰ ਉਹਦੇ ਵਿੱਚੋਂ ਦਾਣੇ ਕੱਢ ਕੇ ਫਿਰ ਉਹਨੂੰ ਪੀਸਣਾ ਕੀਤਾ, ਫਿਰ ਪੀਸ ਕੇ ਤੇ ਫਿਰ ਉਹਨੂੰ ਗੁੰਨ ਕੇ ਫਿਰ ਪਕਾ ਕੇ ਕਿੰਨੇ ਪਾਪੜ ਵੇਲੇ, ਫਿਰ ਕਿੰਨੇ ਕਿੰਨੇ ਪ੍ਰੋਸੀਜਰਾਂ 'ਚ ਲੰਘਿਆ। ਗੁਰੂ ਜੀ ਲਿਖਦੇ ਨੇ ਕਿ ਕਿੱਦਾਂ ਕਿੱਦਾਂ ਬਾਣੀ ਦੇ ਵਿੱਚ ਬਚਨ ਆਉਂਦਾ ਬਈ ਖੁੰਡਾਂ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ। ਖੁੰਡਾਂ ਦੇ ਵਿੱਚ ਦੇ ਕੇ ਉਹਨੂੰ ਮਲ ਸਜਾਉਂਦੇ ਨੇ ਤੇ ਬੜੇ ਬੜੇ ਰੂਪਾਂ 'ਚ ਬਦਲਦੇ ਹੈ ਤੇ ਉਹ ਫਿਰ ਚਿੱਥਦੇ ਨੇ, ਚਿੱਥ ਕੇ ਖਾਂਦੇ ਨੇ। ਹਾਂਜੀ, ਪੁਨਹ ਉਦਰ ਮਹਿ ਜਾਏ ਸਮਾਵਹਿ। ਫਿਰ ਉਹ ਗਲੇ ਥਾਣੀ ਲੰਘ ਕੇ ਪੇਟ ਵਿੱਚ ਜਾਂਦਾ ਹੈ। ਹਾਂਜੀ, ਤਹ ਜਠ ਰਾਗਨ ਤੇ ਤਪਤਾਏ। ਉੱਥੇ ਵੀ ਉਹਨੂੰ ਸ਼ਾਂਤੀ ਨਹੀਂ ਮਿਲਦੀ। ਉੱਥੇ ਫਿਰ ਇੱਕ ਅੱਗ ਬਲਦੀ, ਨੂੰ ਪੇਟ ਦੀ ਅੱਗ ਕਹਿੰਦੇ ਨੇ, ਜਠਰਾਗਨੀ ਕਹਿੰਦੇ ਨੇ, ਬੜੀ ਤੇਜ਼ ਅੱਗ ਹੁੰਦੀ। ਉਹਦੇ ਵਿੱਚ ਫਿਰ ਦੁਬਾਰਾ ਰਿੱਝਦਾ। ਇੱਧਰ ਤਵੇ ਤੇ ਵੀ ਸੜਿਆ, ਪਤੀਲੇ 'ਚ ਵੀ ਭੁੱਜਾ,
ਫਿਰ ਪੇਟ ਵਿੱਚ ਜਾ ਕੇ ਫੇਰ ਸੜਨਾ, ਉੱਥੇ ਫੇਰ ਸੜਦਾ ਉਹ। ਹਾਂਜੀ, ਪ੍ਰਥਕ ਹੋਏ ਰਸ ਤਹਿ ਮਿਲ ਜਾਏ। ਉੱਥੇ ਫਿਰ ਉਹਦੇ ਵੱਖਰੇ ਵੱਖਰੇ ਹਿੱਸੇ ਹੁੰਦੇ ਨੇ। ਰਸ ਵੱਖਰਾ ਹੁੰਦਾ, ਜਿਹੜਾ ਫੋਕ ਹੁੰਦਾ ਉਹ ਵੱਖਰਾ ਹੁੰਦਾ। ਗੰਦਗੀ ਵਿਸ਼ਟਾ ਬਣ ਜਾਂਦਾ ਫੋਕ। ਜਿਹੜਾ ਰਸ ਹੈ ਉਹ ਫਿਰ ਸਰੀਰ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚ ਉਹਨੂੰ ਅੰਦਰ ਛਾਨਣੇ ਲੱਗੇ ਹੋਏ ਨੇ। ਲੀਵਰ ਹੈ, ਉਹਦੇ ਖੂਨ ਬਣਾਉਂਦਾ ਫਿਰ ਉਹਨੂੰ। ਹਾਂਜੀ, ਜਾਏ ਨਸਾ ਮਹਿ ਰੁਦਰ ਬਨਹਿ। ਫਿਰ ਉਹ ਲੀਵਰ ਥਾਣੀ ਹੁੰਦਾ ਹੋਇਆ ਖੂਨ ਬਣ ਕੇ ਨਸਾਂ ਵਿੱਚ ਜਾਂਦਾ। ਸਰੀਰ ਦੀਆਂ ਪਤਾ ਨਹੀਂ ਕਿੰਨੇ ਕਰੋੜ ਨਾੜੀਆਂ, ਉਹਨਾਂ ਨਾੜੀਆਂ ਦੇ ਵਿੱਚ ਸਾਰੇ ਸਰੀਰ 'ਚ ਗੇੜੇ ਲਾਈ ਜਾਂਦਾ। ਉਹ ਇੱਕ ਨਾੜੀ 'ਚੋਂ ਨਹੀਂ ਲੰਘਦਾ, ਬੜੀਆਂ ਬਰੀਕ ਬਰੀਕ ਨਾੜੀਆਂ 'ਚੋਂ ਲੰਘਦਾ ਫਿਰ। ਹਾਂਜੀ, ਇਮ ਹੀ ਸਬਦ ਧਾਤ ਮਹਿ ਜਾਹੈ। ਫਿਰ ਉਸ ਲਹੂ ਦਾ ਫਿਰ ਕਹਿੰਦੇ ਆ ਵੀ ਚਰਬੀ ਬਣਦੀ ਹੈ। ਚਰਬੀ ਤੋਂ ਫਿਰ ਉਹਦਾ ਮਾਸ ਬਣਦਾ, ਮਾਸ ਤੋਂ ਹੱਡੀਆਂ ਬਣਦੀਆਂ। ਹੱਡੀਆਂ ਦੇ ਅੰਦਰ ਫਿਰ ਇੱਕ ਉਹ ਮਿੱਝ ਹੁੰਦੀ ਹੈ, ਜਿਹੜੇ ਉਹ ਮੀਟ ਖਾਣ ਵਾਲੇ ਨੇ ਉਹ ਚੂਸ ਚੂਸ ਕੇ ਤੁਸੀਂ ਦੇਖਿਆ ਨਾ ਕੱਢਦੇ। ਉਹਦੇ ਤੋਂ ਬਾਅਦ ਫਿਰ ਬਣਦਾ 8ਵੀਂ ਧਾਤ, ਬੀਜ ਬਣਦਾ। ਹਾਂਜੀ, ਪੁਨਹ ਰੇਤ ਸੋ ਮਿਲਨਿਕ ਸਭ ਹੈ। ਫਿਰ ਬੀਜ ਬਣ ਕੇ ਉਹ ਫਿਰ ਮੂਤਰ ਦੁਆਰ ਦੁਆਰਾ ਨਿਕਲਦਾ ਹੈ। ਹਾਂਜੀ, ਛਿਦਰ ਜੋਨ ਕੇ ਤਬ ਪ੍ਰਭ ਸ਼ਾਵ ਹੈ। ਫਿਰ ਮਾਤਾ ਦੇ ਪੇਟ ਵਿੱਚ ਜਾ ਪੈਂਦਾ। ਦੇਖੋ ਜੂ 84 ਦਾ ਕਿਵੇਂ ਚੱਲਦੀ ਹੈ। ਗੁਰੂ ਅਰਜਨ ਸਾਹਿਬ ਦੱਸ ਰਹੇ, ਕਹਿੰਦੇ ਪਿਤਾ ਦੇ ਦੁਆਰਾ ਉਹ ਪਹਿਲਾਂ ਦੇਖੋ ਕਿੱਦਾਂ ਬਦਲ ਕੇ ਉਹ ਬੀਜ ਬਣਿਆ, ਤੇ ਫਿਰ ਮਾਤਾ ਦੇ ਪੇਟ ਵਿੱਚ ਜਾ ਕੇ ਉੱਥੇ ਵੀ 9 ਮਹੀਨੇ ਕਿੱਦਾਂ ਬਦਲਦਾ ਹੈ ਫਿਰ। ਹਾਂਜੀ, ਗਰਭ ਵਿਖੈ ਦੁਖ ਗਿਨੇ ਨਾ ਜਾਹੀ। ਫਿਰ ਪੇਟ ਵਿੱਚ ਪੁੱਠਾ ਲਟਕਦਾ। ਉਹ 9 ਮਹੀਨੇ ਦੇ ਦੁੱਖ ਵੀ ਗਿਣੇ ਨਹੀਂ ਜਾ ਸਕਦੇ। ਹਾਂਜੀ, ਬਿਸ਼ਟਾ ਮੂਤਰ ਮਿਲਿਓ ਬਸ ਤਾਹੀ। ਜਿੱਥੇ ਉਹ ਬੱਚਾ 9 ਮਹੀਨੇ ਰਹਿੰਦਾ ਉੱਥੇ ਗੰਦਗੀ ਵਿਸ਼ਟਾ ਵੀ ਹੁੰਦੀ ਹੈ, ਉੱਥੇ ਮਲ ਮੂਤਰ ਵੀ ਹੁੰਦਾ ਹੈ। ਹਾਂਜੀ, ਜਬ ਨਿਕਸਤ ਪੁਨ ਜੋਨੀ ਦੁਆਰਾ। ਫਿਰ ਮਾਂ ਦੇ ਪੇਟ ਤੋਂ ਜਦੋਂ ਜਨਮ ਲੈਂਦਾ ਹੈ। ਹਾਂਜੀ, ਛਿਦਰ ਛੋਟ ਦੁਖ ਲਹਿਤ ਅਪਾਰਾ। ਉਸ ਵੇਲੇ ਵੀ ਬੜਾ ਦੁਖੀ ਹੁੰਦਾ, ਉਸ ਵੇਲੇ ਰੋਂਦਾ ਹੈ। ਹਾਂਜੀ, ਇਮ ਜਨਮੈ ਤਨ ਪਾਏ ਬਹੋਰੀ। ਤੇ ਫਿਰ ਜਨਮ ਲੈ ਕੇ ਇਸ ਦੁਨੀਆ ਤੇ ਆ ਜਾਂਦਾ ਹੈ। ਹਾਂਜੀ, ਮਰਹਿ ਫਿਰ ਕਰ ਅਗ ਘੋਰੀ। ਫਿਰ ਸਾਰੀ ਜ਼ਿੰਦਗੀ ਪਾਪ ਕਰ ਕਰਕੇ ਮਰ ਜਾਂਦਾ ਹੈ। ਹਾਂਜੀ, ਤਨਕ ਮਾਤਰ ਸੰਕਟ ਇਹ ਕਹੇ। ਮਹਾਰਾਜ ਗੁਰੂ ਅਰਜਨ ਦੇਵ ਭਾਈ ਗੁਰਦਾਸ ਨੂੰ ਕਹਿੰਦੇ ਇਹ ਥੋੜੇ ਜਿਹੇ ਸੰਕਟ ਦੱਸੇ, ਥੋੜੇ ਜਿਹੇ, ਐਵੇਂ ਮਾਮੂਲੀ ਜੇ ਦੱਸਿਆ, ਥੋੜੇ ਜਿਹੀ ਐਗਜ਼ਾਮਪਲ ਦੱਸੀ ਸਮਝਾਉਣ ਵਾਸਤੇ। ਦੁੱਖ ਗਿਣੇ ਨਹੀਂ ਜਾ ਸਕਦੇ, ਦੁੱਖਾਂ ਦੀਆਂ ਪੰਡਾਂ ਹੀ ਖੁੱਲੀਆਂ ਹੋਈਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੰਦੇ ਦੀ ਜ਼ਿੰਦਗੀ 'ਚ ਆਪਾਂ ਆਪਣਾ ਜਿੰਨੀ ਸਾਨੂੰ ਸੋਝੀ ਹੈ ਇਹ ਤਾਂ ਗੁਰੂ ਸਾਹਿਬ ਦੱਸ ਸਕਦੇ, ਸਾਨੂੰ ਪਤਾ ਨਹੀਂ। ਜਿੰਨਾ ਸਾਨੂੰ ਪਤਾ ਅਸੀਂ ਸੁਖੀ ਥੋੜੇ ਹਾਂ। ਕਿਸੇ ਨੂੰ ਪੁੱਛ ਲਓ ਵੀ ਕੀ ਹਾਲ ਹੈ, ਬੜਾ ਦੁਖੀ ਹਾਂ, ਬੜੀ ਚਿੰਤਾ, ਬੜਾ ਫਿਕਰ ਹੈ, ਬੜਾ ਡਰ ਹੈ। ਕੋਈ ਨਾ ਕੋਈ ਫਿਕਰ ਹਰ ਵੇਲੇ ਰਹਿੰਦਾ, ਕੋਈ ਨਾ ਕੋਈ ਪਰੇਸ਼ਾਨੀ ਹਰ ਵੇਲੇ ਰਹਿੰਦੀ, ਮੁੱਕਦੀ ਨਹੀਂ। ਇਹ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਜੀਵ ਆਤਮਾ ਨੂੰ ਇੰਨੇ ਦੁੱਖ ਭੋਗਣੇ ਪੈਂਦੇ ਹਨ, ਗਿਣੇ ਨਾ ਜਾਏ ਜਿਤ ਕੇ ਲਹੇ। ਇਹ ਜਿੰਨੇ ਕੁ ਦੱਸੇ ਨੇ ਗਿਣੇ ਨਹੀਂ ਜਾ ਸਕਦੇ। ਹਾਂਜੀ, ਜਾਂ ਤੇ ਰਚ ਹੈ ਏਕ ਅਸ ਬਾਣੀ। ਮਹਾਰਾਜ ਕਹਿੰਦੇ ਐਸੀ ਬਾਣੀ ਰਚੀਏ ਨਿਤ ਜਿਸ ਪਠਤ ਹੋਏ ਅਗਹਾਨੀ। ਜਿਹਨੂੰ ਰੋਜ਼ ਪੜਨ ਨਾਲ ਪਾਪ ਕੱਟੇ ਜਾਣ। ਹਿਰਦੇ ਵਸਾਏ ਕਮਾਵੇ ਜੋਈ। ਜਿਹੜਾ ਉਹ ਬਾਣੀ ਨੂੰ ਹਿਰਦੇ 'ਚ ਵਸਾ ਕੇ ਕਮਾਈ ਕਰੇਗਾ, ਬੋਹਰ ਨਾ ਜਨਮ ਮਰਨ ਤਿਸ ਹੋਈ। ਉਹਦਾ ਜਨਮ ਮਰਨ ਮਿਟ ਜਾਵੇਗਾ। ਇਤਿਆਦਿਕ ਬਹੁ ਬਾਕ ਬਿਲਾਸੇ। ਇਸ ਤਰ੍ਹਾਂ ਦੇ ਗੁਰੂ ਜੀ ਬਚਨ ਕੀਤੇ ਹਨ। ਉਪਕਾਰੀ ਗੁਰ ਕੀਨ ਪ੍ਰਕਾਸ਼ੇ। ਪਰਉਪਕਾਰੀ ਮਹਾਰਾਜ ਪੰਜਵੇਂ ਪਾਤਸ਼ਾਹ ਭਾਈ ਗੁਰਦਾਸ ਜੀ ਨੂੰ ਬਚਨ ਦੱਸੇ ਹਨ। ਇਤਨੇ ਮਹਿ ਪ੍ਰਭਾਤ ਹੋਏ ਆਈ। ਇਤਨੇ ਨੂੰ ਦਿਨ ਚੜ ਗਿਆ ਹੈ। ਭਇਓ ਪ੍ਰਕਾਸ਼ ਚਿੜੀ ਚੌਹਕਾਈ। ਚਿੜੀਆਂ ਚੌਂਕਣ ਲੱਗ ਪਈਆਂ ਨੇ, ਰੋਸ਼ਨੀ ਹੋਈ ਹੈ। ਦੋਹਰਾ ਰਾਮ ਤਾਲ ਈਸਾਨ ਦਿਸ਼। ਰਾਮ ਸਰੋਵਰ ਦੇ ਕਿਨਾਰੇ ਤੇ ਬੈਠੇ ਗੁਰੂ ਕਿਰਪਾਲ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਬੈਠੇ ਈਸਾਨ ਕੋਣ ਤੇ। ਰਚਨ ਲਗੇ ਤਬ ਸੁਖਮਨੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਲਯੁਗੀ ਜੀਵਾਂ ਦਾ ਭਲਾ ਕਰਨ ਲਈ ਬਾਣੀ ਉਚਾਰਨ ਕਰਦੇ, ਜਿਹਦਾ ਨਾਮ ਸ੍ਰੀ ਸੁਖਮਨੀ ਸਾਹਿਬ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਇਹ ਹੁਣ ਬਾਣੀ ਸ਼ੁਰੂ ਕਰਨ ਲੱਗੇ ਆ। ਇਹਦਾ ਮਹਾਰਾਜ ਨੇ ਆਉਣ ਵਾਲੇ ਸਮੇਂ ਦਾ ਸਾਰਾ ਵੇਰਵਾ ਵੀ ਦੱਸਿਆ ਵੀ ਕੀ ਭਾਣੇ ਵਰਤਣੇ ਕਲਯੁਗ ਦੇ ਵਿੱਚ। ਉਸ ਤੋਂ ਬਚਣੇ ਵਾਸਤੇ ਭਾਈ ਨਾਮ ਬਾਣੀ ਸੇਵਾ ਸਿਮਰਨ ਦੀ ਲੋੜ ਹੈ।
ਉਹ ਸੁਖਮਣੀ ਸਾਹਿਬ ਲੋਕਾਂ ਦਾ ਭਲਾ ਕਰੇਗੀ। ਗੁਰੂ ਅਰਜਨ ਦੇਵ ਜੀ ਬਾਣੀ ਉਚਾਰਨਗੇ, ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ।